Good morning students. Today's our topic is 5 year plans. 5 year plans ਬਾਰੇ ਤੁਸੀਂ ਸੁਣਿਆ ਹੀ ਹੋਏਗਾ, ਤੁਸੀਂ 10th ਵਿੱਚ ਵੀ ਕੀਤਾ ਹੋਏਗਾ, ਜੋ ਆਪਾਂ ਕਰਾਂਗੇ। ਠੀਕ ਹੈ, ਇਹ ਸਾਰਾ ਥਿਊਰੀ ਟਾਈਪ ਹੈ, ਇਹਦੇ ਵਿੱਚ ਸਮਝਾਉਣ ਵਾਲਾ ਕੁਝ ਜ਼ਿਆਦਾ ਖਾਸ ਨਹੀਂ ਹੈ। ਫਸਟ 5 ਜਿਹੜਾ ਹੈਗਾ ਸੀਗਾ ਆਪਣਾ ਏਅਰ ਪਲਾਨਸ, ਉਹ 1951 ਤੋਂ 1956 ਤੱਕ ਸੀ। ਅੱਜ ਮੈਂ ਸਾਰਾ ਟੇਬਲ ਦਿੱਤਾ ਹੋਇਆ, ਤੁਸੀਂ ਇਹ ਤੋਂ ਰੀਡ ਕਰ ਲੈਣਾ ਵੈ। ਥਰਡ ਟੇਬਲ ਤੋਂ ਬਾਅਦ ਕੀ ਹੋਇਆ ਸੀਗਾ 1900 ਹਾਂਜੀ, ਜਦੋਂ ਥਰਡ 5 ਈਅਰ ਪਲਾਨ ਆਇਆ ਸੀ 1961 ਤੋਂ 66 ਤੱਕ। ਉਸ ਤੋਂ ਬਾਅਦ ਫਨ 1 ਈਅਰਸ ਦੇ 3 ਪਲਾਨਸ ਅਡੋਪਟ ਕੀਤੇ ਗਏ ਸੀ 1966 ਤੋਂ 69 ਤੱਕ, ਕੁਝ ਇਕਨੋਮਿਕ ਪ੍ਰੋਬਲਮਸ ਕਰਕੇ। ਠੀਕ ਹੈ, ਉਸ ਤੋਂ ਬਾਅਦ ਫਿਰ ਆਪਾਂ ਕੀ ਹੈ ਕੰਟੀਨਿਊ ਹੁੰਦੇ ਗਏ। ਉਸ ਤੋਂ ਬਾਅਦ ਫਿਰ 2 1 ਈਅਰ ਪਲਾਨ ਆਈ ਸੀ 1990 ਤੋਂ 1992 ਦੇ ਵਿੱਚ। ਇਹਦੇ ਵਿੱਚ ਨਿਊ ਇਕਨੋਮਿਕ ਪੋਲਿਸੀ ਜਾਂ ਨਿਊ ਇਕਨੋਮਿਕ ਰਿਫਾਰਮ, ਜਾਣੀ ਕਿ ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ ਅਤੇ ਪ੍ਰਾਈਵੇਟਲਾਈਜੇਸ਼ਨਸ, ਇਹ ਆਇਆ ਸੀਗਾ। ਇਹ ਆਪਾਂ ਜਦੋਂ ਡਿਸਕਸ ਕਰਾਂਗੇ ਤੁਹਾਨੂੰ ਉਦੋਂ ਕਲੀਅਰ ਹੋ ਜਾਏਗਾ ਸਾਰਾ। ਹੁਣ ਜੇ 5 ਈਅਰ ਪਲਾਨਸ ਦਾ ਸਾਰਾ ਚਾਰਟ ਹੈ, ਹੁਣ ਤੱਕ ਆਪਾਂ 5 ਈਅਰ ਪਲਾਨਸ ਕੀ ਹੈ ਪੂਰੇ ਕਰ ਚੁੱਕੇ ਹਾਂ 1912 ਤੋਂ ਲੈ ਕੇ 1917 ਤੱਕ ਦੇ। ਠੀਕ ਹੈ, ਕਲੀਅਰ। ਇਹ ਟੇਬਲ ਤੁਹਾਡੇ ਕੋਲ ਬੁੱਕ ਵੀ ਆਏਗੀ, ਜਦੋਂ ਬੁੱਕ ਦੇ ਵਿੱਚ ਵੀ ਹੋਏਗਾ, ਅਦਰਵਾਈਜ਼ ਤੁਸੀਂ ਇੱਥੋਂ ਕਲੀਅਰ ਕਰ ਲਓ। ਠੀਕ ਹੈ। ਵਟ ਇਜ਼ ਇਕਨੋਮਿਕ ਪਲੈਨਿੰਗ? ਇਕਨੋਮਿਕ ਪਲੈਨਿੰਗ ਕੀ ਹੈ? ਇਕਨੋਮਿਕ ਪਲੈਨਿੰਗ ਰੈਫਰ ਟੂ ਏ ਡੈਲੀਬਰੇਟ ਪਲੈਨਿੰਗ ਪ੍ਰੋਸੈਸ ਅੰਡਰ ਵਿਚ ਇਕਨੋਮਿਕ ਐਕਟੀਵਿਟੀ ਆਰ organized and performed to achieve specific development achievements objective by the optimum use of scarce resources in accordance with the national need and priority। ਦੇਖੋ ਉਂਝ ਦੱਸ ਰਹੀ ਹੈ ਵੀ ਕੀ ਇਹਦੇ ਵਿੱਚ ਕੀ ਕਿਹਾ ਗਿਆ ਕਿ ਇਕਨੋਮਿਕ ਪਲਾਨ ਕੀ ਹੈ। ਇਕਨੋਮਿਕ ਪਲਾਨ ਦੇ ਵਿੱਚ ਆਪਾਂ ਸਾਰੀਆਂ ਐਕਟੀਵਿਟੀਜ਼ ਕੀ ਹੈ ਆਰਗੇਨਾਈਜ਼ ਕਰਦੇ ਹਾਂ, ਪਰਫਾਰਮਸ ਕਰਦੇ ਹਾਂ। ਕਾਹਦੇ ਲਈ ਕਰਦੇ ਹਾਂ? ਤਾਂ ਜੋ ਸਾਡੇ ਜਿਹੜੇ ਵੀ ਓਬਜੈਕਟਿਵਸ ਨੇ ਅਸੀਂ ਉਹਨਾਂ ਨੂੰ ਅਚੀਵ ਕਰ ਸਕੀਏ। ਅਸੀਂ ਓਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ ਕੀ ਕਰਾਂਗੇ ਕਿ ਸਾਡੇ ਕੋਲ ਜਿਹੜੇ ਵੀ ਆਪਟੀਮਮ ਯੂਜ਼ ਹੋ ਰਹੇ ਨੇ ਆਫ ਸਕਾਰਸ ਰਿਸੋਰਸਿਸ, ਅੱਜ ਕੱਲ੍ਹ ਸਕਾਰਸ ਰਿਸੋਰਸਿਸ ਦੇ ਜਿੰਨੇ ਵੀ ਆਪਟੀਮਮ ਯੂਜ਼ ਹੋ ਰਹੇ ਨੇ, ਅਸੀਂ ਸਾਡੇ ਕੋਲ ਜਿੰਨੇ ਵੀ ਰਿਸੋਰਸਿਸ ਨੇ ਅਸੀਂ ਉਹਨਾਂ ਦਾ ਵਧੀਆ ਤੋਂ ਵਧੀਆ ਆਪਟੀਮਮ ਯੂਜ਼ ਕਰੀਏ, ਤਾਂ ਜੋ ਅਸੀਂ ਆਪਣੀ ਇਕਨੋਮਿਕ ਪਲੈਨਿੰਗ ਹੈ ਜਿਹੜੀ ਹੈਗੀ ਹੈ, ਜਾਂ ਸਾਡੇ ਜਿਹੜੇ ਵੀ ਓਬਜੈਕਟ ਹੈ ਅਸੀਂ ਉਹਨੂੰ ਕੀ ਕਰ ਸਕੀਏ, ਅਚੀਵ ਕਰ ਸਕੀਏ। ਠੀਕ ਹੈ, ਕਾਹਦੇ ਵਾਸਤੇ ਅਚੀਵ ਕਰ ਸਕੀਏ? ਦੀ ਨੈਸ਼ਨਲ ਨੀਡ, ਆਪਣੇ ਜਿਹੜੇ ਵੀ ਸਾਡੇ ਰਾਸ਼ਟਰ ਦੇ ਜਿਹੜੇ ਵੀ ਜ਼ਰੂਰਤਾਂ ਨੇ, ਜਿਹੜੇ ਵੀ ਇਹਨਾਂ ਦੇ ਪ੍ਰਾਇਓਰਟੀਜ਼ ਨੇ, ਯਾਨੀ ਕਿ ਜਿਹੜੀ ਚੀਜ਼ ਸਾਨੂੰ ਜ਼ਿਆਦਾ ਜ਼ਰੂਰਤ ਹੈ ਅਸੀਂ ਉਹਦੇ 'ਤੇ ਆਪਣੇ ਰਿਸੋਰਸਿਸ ਨੂੰ ਯੂਜ਼ ਕਰਕੇ, ਵਧੀਆ ਯੂਜ਼ ਕਰਕੇ ਆਪਣੇ ਦੇਸ਼ ਦੀ ਇਕਨੋਮਿਕ ਦੀ ਕੀ ਹੈ ਡਿਵੈਲਪਮੈਂਟ ਕਰ ਸਕੀਏ। ਅਕੋਰਡਿੰਗ ਟੂ ਪਲੈਨਿੰਗ ਕਮਿਸ਼ਨ ਆਫ ਇੰਡੀਆ, ਇਹ ਕੀ ਇੱਕ ਡੈਫੀਨੇਸ਼ਨ ਹੈ, ਤੁਸੀਂ ਜ਼ਰੂਰ ਕਰਨੀ ਹੈ। ਇਕਨੋਮਿਕ ਪਲੈਨਿੰਗ ਮੀਨਸ, ਇਕਨੋਮਿਕ ਪਲਾਨ ਦਾ ਮਤਲਬ ਕੀ ਹੈ? ਯੂਟੀਲਾਈਜ਼ ਕਰਨਾ ਆਫ ਕੰਟਰੀ ਰਿਸੋਰਸਿਸ, ਆਪਣੇ ਦੇਸ਼ ਦੇ ਜਿੰਨੇ ਵੀ ਸਾਧਨ ਨੇ ਉਹਨਾਂ ਨੂੰ ਯੂਟੀਲਾਈਜ਼ ਕਰਨਾ, ਉਹਨੂੰ ਯੂਜ਼ ਕਰਨਾ ਇਨ ਟੂ ਡਿਫਰੈਂਟ ਇਕਨੋਮਿਕ ਐਕਟੀਵਿਟੀ। ਇਹ ਨਹੀਂ ਕਿ ਇੱਕੋ ਚੀਜ਼ ਜੇ ਆਪਾਂ ਐਗਰੀਕਲਚਰ ਦੇ ਵਿੱਚ ਲੱਗੇ ਤਾਂ ਸਾਰੇ ਜਿੰਨੇ ਵੀ ਆਪਣੇ ਕੋਲ ਸੋਰਸਿਸ ਨੇ ਸਾਰੇ ਆਪਾਂ ਕੀ ਹੈ ਐਗਰੀਕਲਚਰ ਦੇ ਵਿੱਚ ਹੀ ਲਗਾ ਦਈਏ। ਅਲੱਗ-ਅਲੱਗ ਇਕਨੋਮਿਕ ਐਕਟੀਵਿਟੀ, ਯਾਨੀ ਕਿ ਆਪਾਂ 올 ਅਰਾਊਂਡ ਕੀ ਡਿਵੈਲਪਮੈਂਟ ਕਰਨੀ ਹੈ। ਠੀਕ ਹੈ, ਹਰੇਕ ਆਪਾਂ ਚਾਰ ਮਤਲਬ ਸਾਰੇ ਪਾਸੇ ਆਪਾਂ ਡਿਵੈਲਪ ਕਰਨੀ ਹੈ। ਆਪਾਂ ਕਹਿੰਦੇ ਆਲ ਰਾਊਂਡਰ ਡਿਵੈਲਪਮੈਂਟ ਕਰਨੀ ਆਪ ਨੂੰ, ਹਿਊਮਨ ਬੀਂਗ ਨੂੰ ਵੀ, ਕਿ ਆਪ ਨੂੰ ਇਹ ਨਹੀਂ ਕਿ ਸਿਰਫ ਪੜ੍ਹਾਈ ਦੇ ਵਾਲੀ ਸਟੱਡੀ ਦੋ, ਕਿ ਆਪ ਨੂੰ ਕੀ ਹੈ ਕੋ ਕਰਿਕੂਲਮ ਐਕਟੀਵਿਟੀਜ਼ ਵੀ ਕਰਨੀਆਂ ਚਾਹੀਦੀਆਂ ਨੇ, ਆਪਣੀ ਆਲ ਰਾਊਂਡ ਡਿਵੈਲਪਮੈਂਟ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਨੈਚੁਰਲ ਸੋਰਸਿਸ ਨੂੰ ਇਸ ਤਰ੍ਹਾਂ ਯੂਜ਼ ਕਰਨਾ ਹੈ ਕਿ ਅਸੀਂ ਆਲ ਓਵਰ ਇਕਨੋਮਿਕ ਡਿਵੈਲਪਮੈਂਟ ਕਰ ਸਕੀਏ। ਠੀਕ ਹੈ, ਇਨ ਅਕੋਰਡਿੰਗਸ ਵਿਦ ਨੈਚੁਰਲ ਨੈਸ਼ਨਲ ਪ੍ਰਾਇਓਰਟੀ, ਸਾਡੀ ਨੈਸ਼ਨਲ ਦੀ ਜਿਹੜੀ ਪ੍ਰਾਇਓਰਟੀ ਹੈ ਉਸ ਦੀ ਪ੍ਰਾਇਓਰਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਨੈਚੁਰਲ ਸੋਰਸਿਸ ਨੂੰ ਇਸ ਤਰ੍ਹਾਂ ਯੂਜ਼ ਕਰੀਏ ਕਿ ਅਸੀਂ ਕੀ ਹੈ ਆਪਣੇ ਦੇਸ਼ ਦੀ ਕੀ ਹੈ ਡਿਵੈਲਪਮੈਂਟ ਕਰ ਸਕੀਏ। ਕਲੀਅਰ? ਹਾਂਜੀ, ਇਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਆਪਣੀ 5 ਈਅਰ ਪਲਾਨ ਸੀਗੇ ਉਹ ਕੀ ਹੋਈ ਸੀਗੀ ਆਫਟਰ ਇੰਡੀਪੈਂਡੈਂਸ, ਆਜ਼ਾਦੀ ਤੋਂ ਬਾਅਦ ਸ਼ੁਰੂ ਹੋਈ ਸੀ ਨਾ, ਆਜ਼ਾਦੀ ਤੋਂ ਬਾਅਦ ਸ਼ੁਰੂ ਹੋਏ ਸੀਗੇ। ਲੇਕਿਨ ਇਹ ਕੰਮ ਪਹਿਲਾਂ ਦਿਮਾਗ 'ਚ ਆ ਚੁੱਕਾ ਸੀਗਾ। ਬੰਬੇ ਪਲਾਨ 1944 ਦੇ ਵਿੱਚ ਬਣਾਇਆ ਗਿਆ ਸੀ। ਉਸ ਤੋਂ ਬਾਅਦ ਇੱਕ ਗਾਂਧੀਅਨ ਪਲਾਨ 1944 ਦੇ ਵਿੱਚ ਬਣਾਇਆ ਗਿਆ ਸੀਗਾ ਸ਼੍ਰੀ S.N. ਅਗਰਵਾਲ ਨੇ। ਇੱਕ ਪਿਊਪਲ ਪਲਾਨ ਬਣਿਆ ਸੀ 1945 ਦੇ ਵਿੱਚ S.L.M.N. ਰॉय ਦੁਆਰਾ ਬਣਾਇਆ ਗਿਆ ਸੀ। ਇੱਕ ਸਰਵੋਦਿਆ ਪਲਾਨ 1950 ਦੇ ਵਿੱਚ ਬਣਾਇਆ ਗਿਆ ਸੀ। ਜਿਹੜਾ ਬੰਬੇ ਪਲਾਨ ਸੀਗਾ ਇਹਦਾ ਬਣਾਉਣ ਦਾ ਮੋਟਿਵ ਕੀ ਸੀ? ਇਹਦੇ ਵਿੱਚ ਰੱਖਿਆ ਗਿਆ ਸੀ ਬਾਈ 8 ਇੰਡਸਟਰੀਜ਼, ਕਿ ਇਹਦੇ ਵਿੱਚ ਫਾਰਮੂਲੇਟ ਕੀਤਾ ਗਿਆ ਸੀ ਕਿ ਅਸੀਂ 8 ਇੰਡਸਟਰੀਜ਼ ਨੂੰ ਡਿਵੈਲਪ ਕਰਨਾ ਵੈ, ਇਸ ਪਲਾਨ ਦੇ ਵਿੱਚ ਕਿਹਾ ਗਿਆ ਸੀ। ਜਿਹੜਾ ਸੀ ਗਾਂਧੀਅਨ ਪਲਾਨ ਦੇ ਵਿੱਚ ਕਿਹਾ ਗਿਆ ਸੀਗਾ, ਹਾਂਜੀ ਗਾਂਧੀਅਨ ਪਲਾਨ ਦੇ ਵਿੱਚ ਕਿਹਾ ਗਿਆ ਸੀਗਾ ਕਿ ਆਪਾਂ ਸੈਲਫ ਸਫੀਸ਼ੈਂਸੀ ਲੈ ਕੇ ਆਉਣੀ ਹੈ ਆਫ ਦਾ ਵਿਲੇਜ ਦੇ ਵਿੱਚ, ਅਤੇ ਡੀਸੈਂਟਰਲਾਈਜੇਸ਼ਨ ਕਰਨੀ ਹੈ, ਆਪਣੀ ਇਕੋਨਮੀ ਦਾ ਕੀ ਹੈ ਵਿਕੇਂਦਰੀਕਰਨ ਕਰਨਾ, ਬਹੁਤ ਜ਼ਿਆਦਾ ਵਿਕਾਸ ਕਰਨਾ ਵੈ। ਪਿਊਪਲ ਪਲਾਨ ਦੇ ਵਿੱਚ ਕੀ ਕਿਹਾ ਗਿਆ ਸੀਗਾ ਕਿ ਆਪਾਂ ਐਗਰੀਕਲਚਰ ਦੀ ਆਊਟਪੁੱਟ ਨੂੰ ਡਬਲ ਕਰਨਾ ਵੈ ਆਉਣ ਵਾਲੇ ਈਅਰਸ ਦੇ ਵਿੱਚ, ਅਤੇ ਇੰਕਰੀਜ਼ ਇਨ ਇੰਡਸਟਰੀਅਲ ਆਊਟਪੁੱਟ ਨੂੰ ਵੀ ਇੰਕਰੀਜ਼ ਕਰਨਾ ਵੈ। ਲੇਕਿਨ ਇਹ ਸਾਰਾ ਕੁਝ ਪੇਪਰ ਦੇ ਵਿੱਚ ਹੀ ਸੀਗਾ, ਪ੍ਰੈਕਟੀਕਲੀ ਕੁਝ ਵੀ ਇੰਪਲੀਮੈਂਟ ਨਹੀਂ ਹੋਇਆ, ਕਿਉਂਕਿ ਉਸ ਤੋਂ ਪਤਾ ਹੀ ਸੀਗਾ ਉਸ ਵਕਤ 1947 ਦੇ ਵਿੱਚ ਆਪਣਾ ਦੇਸ਼ ਆਜ਼ਾਦ ਹੋ ਗਿਆ, ਲੜਾਈ ਛਿੜ ਗਈ, ਅਤੇ ਇਹ ਸੋਚਿਆ ਗਿਆ ਸੀਗਾ, ਪਲਾਨ ਬਣਾਏ ਗਏ ਸੀ, ਲੇਕਿਨ ਇਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ। ਫਿਰ ਸਰਵੋਦਿਆ ਪਲਾਨ ਜਿਹੜਾ ਕਿ ਆਜ਼ਾਦੀ ਤੋਂ ਬਾਅਦ 1950 ਦੇ ਵਿੱਚ ਇਹਦੇ 'ਤੇ ਫਿਰ ਸੋਚ ਵਿਚਾਰ ਕੀਤਾ ਗਿਆ। ਉਸ ਤੋਂ ਬਾਅਦ ਆਪਣੇ 5 ਈਅਰ ਪਲਾਨਸ ਕੀ ਜਿਹੜੇ ਸੀਗੇ ਉਹ ਸ਼ੁਰੂ ਹੋਏ। ਕਿਉਂਕਿ 5 ਈਅਰ ਪਲਾਨਸ ਕਿਉਂ ਸ਼ੁਰੂ ਕੀਤੇ ਗਏ, ਇਹਨਾਂ ਦੀ ਕਿਉਂ ਲੋੜ ਪਈ ਗਈ ਸੀਗੀ, ਆਪਣੇ 5 ਈਅਰ ਪਲਾਨਸ ਕਿਉਂ ਸ਼ੁਰੂ ਕੀਤੇ ਗਏ ਸੀਗੇ? ਪਹਿਲਾ ਕਾਰਨ ਕੀ ਸੀਗਾ? ਪੂਅਰ ਕੋਆਰਡੀਨੇਸ਼ਨ ਆਫ ਇੰਡੀਅਨ ਇਕੋਨਮੀ। ਸਾਡੀ ਇੰਡੀਅਨ ਇਕੋਨਮੀ ਦੀ ਜਿਹੜੀ ਕੰਡੀਸ਼ਨ ਸੀਗੀ ਉਹ ਬਹੁਤ ਹੀ ਕੀ ਸੀਗੀ, ਪੂਅਰ ਸੀਗੀ। ਸਾਡੀ ਇੰਡੀਅਨ ਕੰਡੀਸ਼ਨ ਬਹੁਤ ਜ਼ਿਆਦਾ ਪੂਅਰ ਹੋਣ ਕਰਕੇ ਜ਼ਰੂਰਤ ਸੀ ਕਿ ਆਪਣੀ ਇਕਨੋਮਿਕ ਡਿਵੈਲਪਮੈਂਟ ਕੀਤੀ ਜਾਵੇ।
ਇਕਨੋਮਿਕ ਡਿਵੈਲਪਮੈਂਟ ਦੇ ਲਈ ਜ਼ਰੂਰੀ ਸੀਗਾ ਕਿ ਕੁਝ ਇਸ ਤਰ੍ਹਾਂ ਦੇ ਪਲਾਨ ਬਣਾਏ ਜਾਣ ਜਿਹਦੇ ਨਾਲ ਕੀ ਹੈ ਸਾਡੀ ਜਿਹੜੀ ਇੰਡੀਅਨ ਇਕੋਨਮੀ ਦੀ ਜਿਹੜੀ ਕੰਡੀਸ਼ਨ ਹੈ ਉਹ ਬਹੁਤ ਪੂਅਰ ਹੈ, ਉਹਨੂੰ ਕੀ ਕੀਤਾ ਜਾਵੇ, ਸਹੀ ਕੀਤਾ ਜਾ ਸਕੇ। ਕਲੀਅਰ। ਹਾਂਜੀ, ਦੂਸਰਾ ਕਾਰਨ ਕੀ ਸੀਗਾ, ਲੈਕ ਆਫ ਰਿਸੋਰਸਿਸ। ਇੰਡੀਆ ਦੇ ਕੋਲ ਰਿਸੋਰਸਿਸ ਕੀ ਸੀਗੇ, ਬਹੁਤ ਜ਼ਿਆਦਾ ਘੱਟ ਸੀ। ਠੀਕ ਹੈ, ਲੈਕ ਆਫ ਰਿਸੋਰਸਿਸ ਹੋਣ ਦੇ ਕਰਕੇ ਆਪਾਂ ਨੂੰ ਜ਼ਰੂਰਤ ਸੀਗੀ ਅੰਡਰ ਡਿਵੈਲਪ ਕੰਟਰੀ ਦੇ ਵਿੱਚ ਕਿ ਜਿੰਨੇ ਵੀ ਆਪਣੇ ਕੋਲ ਸੋਰਸਿਸ ਨੇ ਅਸੀਂ ਉਹਨਾਂ ਦਾ ਵਧੀਆ ਯੂਜ਼ ਕਰ ਲਈਏ, ਕਿਉਂਕਿ ਰਿਸੋਰਸਿਸ ਪਹਿਲੇ ਹੀ ਘੱਟ ਸੀ। ਜਿਹੜੇ ਘੱਟ ਰਿਸੋਰਸਿਸ ਸੀ ਉਹ ਨਾ ਹੋਵੇ ਕਿ ਉਹ ਇਹੋ ਜਿਹੇ ਕੰਮਾਂ ਦੇ ਵਿੱਚ ਲੱਗ ਜਾਣ ਜਿਹਦੇ ਨਾਲ ਇਕਨੋਮਿਕ ਡਿਵੈਲਪਮੈਂਟ ਨਾ ਹੋਵੇ। ਤਾਂ ਇਹ ਸੋਚਿਆ ਗਿਆ ਸੀ ਕਿ ਇਸ ਤਰ੍ਹਾਂ ਦਾ ਪਲਾਨ ਬਣਾਇਆ ਜਾਵੇ ਕਿ ਜਿੰਨੇ ਵੀ ਰਿਸੋਰਸਿਸ ਨੇ ਉਹਨਾਂ ਦਾ ਕੀ ਹੈ, ਵਧੀਆ ਆਪਟੀਮਮ ਕੀ ਹੈ, ਯੂਜ਼ ਕੀਤਾ ਜਾ ਸਕੇ। ਤੀਸਰਾ ਪੁਆਇੰਟ ਕੀ ਸੀਗਾ, ਨੇਚਰ ਆਫ ਇਕਨੋਮਿਕ ਸਿਸਟਮ ਅਡੋਪਟ। ਹਾਂਜੀ, ਇੱਕ ਕੀ ਸੀਗਾ, ਇਕਨੋਮਿਕ ਸਿਸਟਮ ਅਡੋਪਟ ਕੀਤਾ ਗਿਆ ਸੀ, ਜਾਣੀ ਕਿ ਮਿਕਸਡ ਇਕੋਨਮੀ। ਆਪਣੀ ਇਕੋਨਮੀ ਕੀ ਸੀ, ਨਾ ਤਾਂ ਸੋਸ਼ਲਿਜ਼ਮ ਹੋਵੇ, ਨਾ ਹੀ ਕੈਪੀਟਲਿਜ਼ਮ ਹੋਵੇ, ਨਾ ਹੀ ਪ੍ਰਾਈਵੇਟਲਾਈਜੇਸ਼ਨ ਹੋਵੇ, ਜਾਣੀ ਕਿ ਇੱਕ ਮਿਕਸਡ ਇਕੋਨਮੀ ਹੋਵੇ ਜਿਹਦੇ ਵਿੱਚ ਕੀ ਹੈ ਆਪਾਂ ਸਾਰੇ ਮਿਲ ਕੇ, ਗਵਰਨਮੈਂਟ ਵੀ ਅਤੇ ਪ੍ਰਾਈਵੇਟ ਵੀ, ਸਾਰੇ ਸੈਕਟਰਸ ਕੀ ਹੈ ਮਿਲ ਕੇ ਕੰਮ ਕਰੀਏ, ਤਾਂ ਹੀ ਕੀ ਹੈ ਆਪਣੇ ਦੇਸ਼ ਦੀ ਇਕੋਨਮੀ ਦੀ ਡਿਵੈਲਪਮੈਂਟ ਹੋ ਸਕਦੀ ਹੈ। ਠੀਕ ਹੈ, ਉਸ ਤੋਂ ਬਾਅਦ ਅਸੀਂ ਇਕਨੋਮਿਕ ਗਰੋਥ ਵਿਦ ਇਕਨੋਮਿਕ ਸਟੈਬਿਲਿਟੀ। 5 ਈਅਰ ਪਲਾਨਸ ਤਾਂ ਅਡੋਪਟ ਕੀਤੇ ਗਏ ਸੀਗੇ ਤਾਂ ਜੋ ਅਸੀਂ ਇਕਨੋਮਿਕ ਸਟੈਬਿਲਿਟੀ ਲੈ ਕੇ ਆਈਏ, ਇਕਨੋਮਿਕ ਸਥਿਰਤਾ ਆਵੇ, ਨਾਲ ਕੀ ਹੋਵੇ, ਸਾਡਾ ਇਕਨੋਮਿਕ ਗਰੋਥ ਹੋਵੇ। ਸੋਸ਼ਲ ਜਸਟਿਸ ਐਂਡ ਸੋਸ਼ਲ ਵੈਲਫੇਅਰ ਟੂ ਇੰਪਰੂਵ ਦਾ ਸਟੈਂਡਰਡ ਆਫ ਲਿਵਿੰਗ ਆਫ ਦਾ ਮਾਸਿਸ। ਕੀ ਹੈ, ਆਪਣੇ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਨੂੰ ਹਾਈ ਕਰਨ ਦੇ ਲਈ। ਆਜ਼ਾਦੀ ਦੇ ਸਮੇਂ ਆਪਣੇ ਦੇਸ਼ ਦੀ ਅਰਥਵਿਵਸਥਾ ਬਹੁਤ ਖਰਾਬ ਹੋ ਗਈ ਸੀ, ਲੋਕਾਂ ਦਾ ਲਿਵਿੰਗ ਸਟੈਂਡਰਡ ਬਹੁਤ ਲੋ ਹੋ ਗਿਆ ਸੀਗਾ, ਕਿਉਂਕਿ ਨਾ ਹੀ ਤਾਂ ਆਪਣੇ ਕੋਲ ਵਧੀਆ ਐਗਰੀਕਲਚਰ ਲਈ ਜ਼ਮੀਨ ਰਹੀ ਸੀ, ਨਾ ਹੀ ਆਪਣੇ ਕੋਲ ਇੰਡਸਟਰੀਜ਼ ਸੀਗੀਆਂ, ਅਤੇ ਆਪਣੇ ਕੋਲ ਸੋਰਸਿਸ ਵੀ ਬਹੁਤ ਘੱਟ ਸੀ, ਜਿਹਦੇ ਕਰਕੇ ਸਟੈਂਡਰਡ ਕੀ ਸੀ, ਬਹੁਤ ਨੀਵਾਂ ਹੋ ਗਿਆ ਸੀ ਆਪਣੇ ਦੇਸ਼ਾਂ ਦਾ ਦੂਸਰੀ ਕੰਟਰੀਜ਼ ਦੇ ਨਾਲ ਕੰਪੈਰੀਜ਼ਨ। ਤਾਂ ਜ਼ਰੂਰਤ ਸੀ ਕਿ ਇਸ ਤਰ੍ਹਾਂ ਦਾ ਪਲਾਨ ਅਡੋਪਟ ਕਰਨ ਦਾ ਜਿਹਦੇ ਨਾਲ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਕੀ ਹੈ, ਮੇਨਟੇਨ ਕੀਤਾ ਜਾ ਸਕੇ। ਸੈਲਫ ਸਫੀਸ਼ੈਂਸੀ, ਆਪਣੇ ਆਪ ਨੂੰ ਆਤਮ ਨਿਰਭਰ ਬਣਾਉਣ ਦੇ ਲਈ, ਕਿਉਂਕਿ ਆਪਾਂ ਬਹੁਤ ਜ਼ਿਆਦਾ ਆਜ਼ਾਦੀ ਤੋਂ ਬਾਅਦ ਆਪਾਂ ਦੂਸਰੇ ਕੰਟਰੀਜ਼ 'ਤੇ ਬਹੁਤ ਜ਼ਿਆਦਾ ਡਿਪੈਂਡੈਂਟ ਹੋ ਗਏ ਸੀਗੇ, ਅਤੇ ਆਪਣੇ ਆਪ 'ਤੇ ਡਿਪੈਂਡ ਹੋਣ ਦੇ ਲਈ ਜ਼ਰੂਰਤ ਸੀਗਾ ਇਕਨੋਮਿਕ ਪਲੈਨਿੰਗ ਦੀ। ਮੋਡਰਨਾਈਜੇਸ਼ਨ ਲੈ ਕੇ ਆਉਣ ਲਈ ਕਿ ਆਪਾਂ ਨੂੰ ਜ਼ਰੂਰਤ ਸੀ ਕਿ ਆਪਾਂ ਕੋਈ ਨਵੀਂ ਟੈਕਨੋਲੋਜੀ, ਨਵੀਂ ਟੈਕਨੀਕ ਯੂਜ਼ ਕਰੀਏ ਤਾਂ ਜੋ ਕੀ ਹੈ ਅਸੀਂ ਆਪਣੇ ਦੇਸ਼ ਦੇ ਵਿੱਚ ਵੀ ਮਾਡਰਨ ਲੈ ਕੇ ਆ ਸਕੀਏ। ਠੀਕ ਹੈ, ਹੁਣ ਅੱਜ ਜ਼ਰੂਰੀ ਨਹੀਂ ਹੈ ਥਿਊਰੀ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ ਹੈਗੀ, ਤੁਹਾਡੀ ਬੁੱਕ ਦੇ ਵਿੱਚ ਐਜ਼ ਇਟ ਹੋਵੇਗੀ। ਇੱਕ ਵਾਰ ਮੈਂ ਤੁਹਾਨੂੰ ਸਿਰਫ ਪੁਆਇੰਟ ਵਾਲੀ ਵੀਡੀਓ ਬਣਾਈ ਹੈ, ਕਿਉਂਕਿ ਆਪਾਂ ਸਿਰਫ ਪੁਆਇੰਟਸ 'ਤੇ ਤੁਸੀਂ ਧਿਆਨ ਦੇਣਾ ਵੈ, ਕਿਉਂਕਿ ਵਿੱਚ ਤੁਸੀਂ ਲਿਖ ਹੀ ਦੇਣਾ ਵੈ ਆਪਣੇ ਆਪ ਵੀ, ਜਦੋਂ ਬੁੱਕਸ ਆ ਜਾਣਗੇ ਤੁਸੀਂ ਬੁੱਕਸ ਤੋਂ ਇਹ ਕਰ ਲਿਓ। ਕਲੀਅਰ। ਹਾਂਜੀ, ਹੁਣ ਆਪਾਂ ਟੌਪਿਕ ਸ਼ੁਰੂ ਕਰਦੇ ਹਾਂ। ਇੰਟਰੋਡਕਸ਼ਨਸ, ਵਾਈ ਇਟ ਵਾਜ਼ ਨੀਡਡ। ਵੈਨ ਇੰਡੀਆ ਗੇਨ ਇੰਡੀਪੈਂਡੈਂਸ, ਜਦੋਂ ਇੰਡੀਆ ਨੇ ਆਜ਼ਾਦੀ ਹਾਸਿਲ ਕੀਤੀ, ਦੀ ਇਕੋਨਮੀ ਪੂਰੀ ਤਰ੍ਹਾਂ ਕੀ ਸੀਗੀ, ਡਸਟ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ। The British had left the Indian economy crippled and the father of development formative 5-year plans to develop the Indian economy. British ਸੀ ਇੰਡੀਅਨ ਇਕੋਨਮੀ ਨੂੰ ਬਹੁਤ ਜ਼ਿਆਦਾ ਪਿੱਛੇ ਵੱਲ ਧੱਕ ਗਏ ਸੀ, ਤਾਂ ਜਿਹੜੀ ਆਪਣੀ ਫਾਦਰ ਸੀਗਾ ਆਫ ਡਿਵੈਲਪਮੈਂਟ ਦਾ, ਉਹਨੇ 5 ਈਅਰ ਪਲਾਨਸ ਨੂੰ ਅਡੋਪਟ ਕੀਤੇ ਤਾਂ ਜੋ ਸਾਡੀ ਇੰਡੀਅਨ ਇਕੋਨਮੀ ਦੀ ਕੀ ਕੀਤੀ ਜਾ ਸਕੇ, ਡਿਵੈਲਪਮੈਂਟ ਕੀਤੀ ਜਾ ਸਕੇ। ਠੀਕ ਹੈ, ਹਾਂਜੀ। ਹੂ ਮੋਨੀਟਰ ਇਟ, ਇਹਨੂੰ ਕੌਣ ਮੋਨੀਟਰ ਕੌਣ ਕਰਦਾ ਹੈ? ਨਹੀਂ, ਦੀ 5 ਈਅਰ ਪਲਾਨ ਇਨ ਇੰਡੀਆ ਇਜ਼ ਫਰੇਮਡ, ਐਗਜ਼ੀਕਿਊਟ ਐਂਡ ਮੋਨੀਟਰ। ਕਿਹਦੇ ਦੁਆਰਾ ਕੀਤਾ ਜਾਂਦਾ, ਕੌਣ ਇਹਨੂੰ ਬਣਾਉਂਦਾ ਹੈ, ਕੌਣ ਇਹਨੂੰ ਲਾਗੂ ਕਰਦਾ ਵੈ? ਪਲੈਨਿੰਗ ਕਮਿਸ਼ਨ ਆਫ ਇੰਡੀਆ। ਇਹ ਕਦੋਂ ਸੈਟਅਪ ਹੋਇਆ ਸੀ? ਮਾਰਚ 1950 ਦੇ ਵਿੱਚ। ਦੀ ਡਰਾਫਟ ਆਫ 5 ਈਅਰ ਪਲਾਨ ਵਾਸ ਪਬਲਿਸ਼ਡ ਕਦੋਂ ਹੋਈ ਸੀ? ਜੁਲਾਈ 1951 ਦੇ ਵਿੱਚ, ਅਤੇ ਅਪਰੂਵਡ ਕਦੋਂ ਹੋਇਆ ਸੀ? ਦਸੰਬਰ 1951 ਵਿੱਚ। with the Prime Minister as the ex officio chairman. The commission has nominate deputy chairman ਨੂੰ ਇੱਕ nominate ਕਰਦਾ ਹੈ who has rank of a cabinet minister. clear? ਚਲੋ ਹੁਣ ਸਟਾਰਟ ਹੋ ਗਿਆ ਤੁਹਾਡਾ ਫਸਟ 5 ਈਅਰ ਪਲਾਨ 1951 ਤੋਂ 1956 ਦੇ ਵਿੱਚ। ਇਹ ਕਿਹਦੇ ਦੁਆਰਾ ਬਣਾਇਆ ਗਿਆ ਸੀਗਾ? ਇਹ ਜਵਾਹਰ ਲਾਲ ਨਹਿਰੂ ਦੁਆਰਾ ਬਣਾਇਆ ਗਿਆ ਸੀ ਦਸੰਬਰ 8 1951 ਦੇ ਵਿੱਚ। ਇਹਦੇ ਓਬਜੈਕਟਿਵ ਕੀ ਸੀਗੇ? ਇਹਦੇ ਓਬਜੈਕਟਿਵ ਸੀ the primary aim was to improve the living standard of the pupils. This was done by making use of Indian natural resources ਨੂੰ ਪੂਰੀ ਤਰ੍ਹਾਂ ਯੂਜ਼ ਕਰਨਾ। ਇਹਦੇ ਕੋਲ ਸਮਝਾਉਣ ਵਾਲਾ ਕੁਝ ਵੀ ਨਹੀਂ ਹੈਗਾ, ਮੈਂ ਜਸਟ ਰੀਡ ਕਰਦੀ ਜਾਊਂਗੀ। ਠੀਕ ਹੈ, ਇਹਦੇ ਵਿੱਚ ਪਹਿਲਾ ਏਮ ਕੀ ਸੀਗਾ ਕਿ ਸਟੈਂਡਰਡ ਆਫ ਲਿਵਿੰਗ ਨੂੰ ਮੇਨਟੇਨ ਕਰਨਾ। ਸੈਕਿੰਡ ਪੁਆਇੰਟ ਕੀ ਹੈ ਇਹਦੇ ਵਿੱਚ? ਨੈਚੁਰਲ ਰਿਸੋਰਸਿਸ ਨੂੰ ਪੂਰੀ ਤਰ੍ਹਾਂ ਯੂਟੀਲਾਈਜ਼ ਕਰਨਾ। ਟੋਟਲ ਆਊਟਲੇ ਕਿੰਨੀ ਲੈਣੀ ਹੈ ਆਪਣੀ? 2069 crores. The target set for growth in GDP was, GDP ਕਿੰਨੀ ਸੈਟਅਪ ਕੀਤੀ ਗਈ ਸੀ ਕਿ ਆਪਾਂ GDP ਕਿੰਨੀ ਵਧਾਉਣੀ ਹੈ ਐਵਰੀ ਈਅਰ? 2.1। ਠੀਕ ਹੈ, ਅਤੇ ਆਪਾਂ ਕੀ ਅਚੀਵ ਕਰ ਲਿਆ ਸੀ? ਇਹ ਤਾਂ ਆਪਾਂ ਓਬਜੈਕਟਿਵ ਰੱਖੇ ਸੀ ਕਿ ਅਸੀਂ ਇਹ ਕੁਛ ਅਚੀਵ ਕਰਨਾ ਵੈ। ਠੀਕ ਹੈ, ਹੁਣ ਇਹ ਸਭ ਕੁਛ ਆਪਾਂ ਅਚੀਵ ਕਰ ਲਿਆ ਸੀ। ਆਪਾਂ ਅਚੀਵ ਕੀ ਕੀਤਾ ਆਪਾਂ ਐਕਚੁਅਲ ਦੇ ਵਿੱਚ? ਸਾਡੀ GDP ਕਿੰਨੀ ਹੋ ਗਈ ਸੀ? 3.6। ਅਸੀਂ ਮੇਨਟੇਨ ਕਿੰਨੀ ਕੀਤੀ ਸੀ? ਅਸੀਂ ਕਿਹਾ ਸੀ ਕਿ 2.1 ਕਰਨੀ ਹੈ, ਲੇਕਿਨ ਅਸੀਂ ਕਿੰਨੀ ਕਰ ਲਈ ਸੀ? 3.6 ਵੱਧ ਕਰ ਲਈ ਸੀਗੀ। ਠੀਕ ਹੈ, ਅਤੇ ਇਹਦੇ ਵਿੱਚ ਇਰੀਗੇਸ਼ਨ ਪ੍ਰੋਜੈਕਟ ਵਗੈਰਾ ਸਟਾਰਟ ਕੀਤੇ ਗਏ ਸੀਗੇ, ਨਾਮ ਲਿਖੇ ਹੋਏ ਨੇ, ਤੁਸੀਂ ਦੇਖ ਲੈਣੇ ਹੈ। ਠੀਕ ਹੈ, ਅਤੇ ਲੈਂਡਲੈਸ ਵਰਕਰਸ ਹੂਜ਼ ਏਮ ਓਕੂਪੇਸ਼ਨ ਵਾਜ਼ ਐਗਰੀਕਲਚਰਸ, ਅਤੇ ਸੋਇਲ ਕਨਵਰਸੇਸ਼ਨ ਵਾਜ਼ ਗਿਵਨ ਇੰਪੋਰਟੈਂਸ। ਮਿੱਟੀ ਦੀ ਭੂ ਖੋਰ ਨੂੰ ਜਿਹੜੀ ਹੁੰਦੀ ਸੀਗੀ, ਜਿਹਦੇ ਕਰਕੇ ਐਗਰੀਕਲਚਰ ਵਧੇ ਨਹੀਂ ਹੁੰਦੀ ਸੀ, ਉਹਨੂੰ ਵੱਧ ਇੰਪੋਰਟੈਂਸ ਦਿੱਤੀ ਗਈ ਸੀ, ਉਹ ਅਚੀਵ ਕੀਤੀ ਗਈ ਸੀਗੀ। ਐਫਰਟ ਇੰਪਰੂਵਿੰਗ ਪੋਸਟ ਐਂਡ ਟੈਲੀਗ੍ਰਾਫ, ਰੇਲਵੇ ਸਰਵਿਸ, ਰੋਡ ਟਰੈਕ, ਸਿਵਲ ਅਵੇਸ਼ਨ ਵਰ ਟੇਕਨ। ਇਹਦੇ 'ਚ ਕੀ ਸੀ? ਪੋਸਟ ਸਰਵਿਸ, ਟੈਲੀਗ੍ਰਾਫ, ਜਿਹੜੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਨਿਊਜ਼ ਪਹੁੰਚਾਉਂਦੇ ਨੇ,
ਰੇਲਵੇ ਸਰਵਿਸ, ਰੋਡਸ, ਇਹਨਾਂ ਦੀ ਕੀ ਸੀਗੀ, ਇਹਨਾਂ ਵੱਲ ਖਾਸ ਧਿਆਨ ਦਿੱਤਾ ਗਿਆ ਸੀ। ਸਫੀਸ਼ੀਐਂਟ ਫੰਡ ਵਾਰ ਐਲੋਕੇਟ ਫॉर ਇੰਡਸਟਰੀਅਲ ਸੈਕਟਰਸ ਨੂੰ ਵੀ ਕੀ ਹੈ ਕਿ ਸਫੀਸ਼ੀਐਂਟ ਜਿਹੜਾ ਫੰਡ ਸੀ ਪ੍ਰੋਵਾਈਡ ਕੀਤਾ ਗਿਆ ਤਾਂ ਜੋ ਉਹ ਵੀ ਆਪਣੀ ਇੰਡਸਟਰੀਜ਼ ਦੀ ਕੀ ਹੈ ਡਿਵੈਲਪਮੈਂਟ ਕਰ ਸਕਣ, ਤੇ ਛੋਟੇ ਇੰਡਸਟਰੀਜ਼ ਦੀ ਡਿਵੈਲਪਮੈਂਟ 'ਤੇ ਖਾਸ ਧਿਆਨ ਦਿੱਤਾ ਗਿਆ। ਇਹ ਸਾਰਾ ਯਾਦ ਕਰਨ ਵਾਲਾ ਹੀ ਹੈ, ਕੁਛ ਸਮਝਾਉਣ ਵਾਲਾ ਹੈ ਹੀ ਨਹੀਂ ਇਹਦੇ ਵਿੱਚ। ਸੈਕਿੰਡ 5 ਈਅਰ ਪਲਾਨ ਸੀਗਾ, ਉਹ ਤੁਹਾਨੂੰ ਦੱਸਿਆ ਹੋਇਆ ਵੈ ਕਿ ਉਹ ਕਿਹਦੇ ਦੁਆਰਾ ਬਣਾਇਆ ਗਿਆ ਸੀਗਾ, ਠੀਕ ਹੈ। 1953 ਦੇ ਵਿੱਚ ਕੀ ਸੀਗਾ, ਕੀ ਬਣਾਇਆ ਗਿਆ ਸੀਗਾ, ਪ੍ਰਸ਼ੰਤਾ ਚੰਦਰ ਨੇ ਕੀ ਕੀਤਾ ਸੀ, ਇਹਦੇ ਬਾਰੇ ਦੱਸਿਆ ਗਿਆ ਸੀਗਾ। ਤੇ ਇਹਦੇ ਵਿੱਚ ਕੀ ਇਸ਼ੂ ਆਏ ਸੀਗੇ ਇਹਦੇ ਵਿੱਚ ਕਿਹਾ ਗਿਆ ਸੀਗਾ ਕਿ ਆਪਾਂ ਜਿਹੜੇ ਹੈਗੇ ਨੇ ਇਨਵੈਸਟਮੈਂਟ ਕਰਨੀ ਆ ਕਿਹਦੇ ਵਿੱਚ ਕਰਨੀ ਹੈ, ਪ੍ਰੋਡਕਟਿਵ ਸੈਕਟਰਸ ਵਿੱਚ ਕਰਨੀ ਹੈ, ਇਨ ਆਰਡਰ ਟੂ ਮੈਕਸੀਮਾਈਜੇਸ਼ਨ ਲੌਂਗ ਰਨ ਇਕਨੋਮਿਕ ਗਰੋਥ, ਤਾਂ ਜੋ ਅਸੀਂ ਲੌਂਗ ਰਨ ਇਕਨੋਮਿਕ ਗਰੋਥ ਨੂੰ ਕੀ ਕਰ ਸਕੀਏ, ਅਚੀਵ ਕਰ ਸਕੀਏ। ਇਹਦੇ ਵਿੱਚ ਕੀ ਸੀ, ਸੈਗਮੈਂਟ ਆਫ ਕੰਜੰਪਸ਼ਨ ਗੁੱਡਸ, ਸੈਗਮੈਂਟ ਆਫ ਕੈਪੀਟਲ ਗੁੱਡਸ, ਠੀਕ ਹੈ। ਇਹਦੇ ਵਿੱਚ ਕਿਹਾ ਗਿਆ ਸੀਗਾ ਕਿ ਇਕੋਨਮੀ ਦੇ ਵਿੱਚ 2 ਸੈਗਮੈਂਟ ਬਣਾਏ ਜਾਣਗੇ, ਇੱਕ ਕੀ ਬਣਾਏਗਾ, ਕੰਜੰਪਸ਼ਨ ਗੁੱਡਸ ਦਾ ਬਣਾਇਆ ਜਾਏਗਾ, ਦੂਸਰਾ ਕਿਹੜਾ ਹੋਏਗਾ, ਕੈਪੀਟਲ ਗੁੱਡਸ ਦਾ, ਠੀਕ ਹੈ। ਜਿਹਨੂੰ ਇੱਕ ਪ੍ਰਸ਼ਾਂਤਾ ਚੰਦਰ ਮਹਾਲੋਬੈਂਸ ਕੀ ਹੈ ਮੋਡਲ ਵੀ ਕਿਹਾ ਜਾਂਦਾ ਵੈ, MCQ ਵਿੱਚ ਕੁਐਸਚਨ ਆ ਜਾਂਦੇ ਨੇ ਇਸ ਤਰ੍ਹਾਂ ਦੀ। ਸੈਕਿੰਡ 5 ਈਅਰ ਪਲਾਨਸ, ਇਹਦੇ ਆਬਜੈਕਟਿਵ ਕੀ ਸੀਗੇ ਕਿ ਇਹਦੇ ਵਿੱਚ ਕਿਹਾ ਗਿਆ ਸੀਗਾ ਜ਼ਿਆਦਾ ਫੋਕਸ ਕਿੱਥੇ ਦਿੱਤਾ ਗਿਆ ਸੀ, ਹੈਵੀ ਇੰਡਸਟਰੀਜ਼ 'ਤੇ ਦਿੱਤਾ ਗਿਆ ਸੀਗਾ, ਮੈਨੂਫੈਕਚਰਿੰਗ ਆਫ ਇੰਡਸਟਰੀ ਗੁੱਡਸ ਆਫ ਇਨ ਦਾ ਕੰਟਰੀ, ਤੇ ਦੇਅਰ ਵਾਜ਼ ਵਨ ਡਨ ਪ੍ਰਾਇਮਰੀਲੀ ਟੂ ਡਿਵੈਲਪ ਦਾ ਪਬਲਿਕ ਸੈਕਟਰ। ਵਟ ਵਾਜ਼ ਅਚੀਵ, 5 ਸਟੀਲ ਮਿਲ ਬਣਾਈਆਂ ਗਈਆਂ ਸੀਗੀਆਂ, ਠੀਕ ਹੈ। ਤੇ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਬਣਾਇਆ ਗਿਆ ਸੀ, ਕੋਲ ਪ੍ਰੋਡਕਸ਼ਨ ਵਾਜ਼ ਇਨਕਰੀਜ਼ ਕੀਤਾ ਗਿਆ ਸੀਗਾ, ਰੇਲਵੇ ਲਾਈਨਸ ਬਣਾਈਆਂ ਗਈਆਂ ਸੀ, ਨਾਰਥ ਸਾਈਡਸ 'ਤੇ ਬਣਾਈਆਂ ਗਈਆਂ ਸੀਗੀਆਂ, ਆਟੋਮਿਕ એનર્ਜੀ ਕਮਿਸ਼ਨ ਫਾਰਮੈਟ ਕੀਤਾ ਗਿਆ ਸੀ 1957 ਦੇ ਵਿੱਚ, ਤੇ ਟਾਟਾ ਇੰਸਟੀਚਿਊਟ ਆਫ ਕੀਸੀ ਆਫ ਫੰਡਾਮੈਂਟਲ ਰਿਸਰਚ ਵਾਜ਼ ਬੋਰਨ, ਠੀਕ ਹੈ। ਇਹਨਾਂ ਇਸ 5 ਈਅਰ ਪਲਾਨਸ ਦੇ ਵਿੱਚ ਕੀ ਸੀਗਾ, ਸੈਕਿੰਡ 5 ਈਅਰ ਪਲਾਨਸ ਦੇ ਵਿੱਚ ਕੀ ਸੀ, ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਕੀ ਸੀਗਾ, ਬੋਰਨ ਕੀਤਾ ਗਿਆ ਸੀ। ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਕੁਛ ਵੀ ਸਮਝਾਉਣ ਵਾਲਾ ਹੀ ਨਹੀਂ ਹੈਗਾ। ਥਰਡ 5 ਈਅਰ ਪਲਾਨ ਕਦੋਂ ਸੀ, 1961 ਤੋਂ 1966 ਦੇ ਵਿੱਚ ਆਇਆ ਸੀਗਾ, ਠੀਕ ਹੈ। ਇਹਦੇ ਆਬਜੈਕਟਿਵ ਕੀ ਸੀਗੇ, ਇਹਦੇ ਵਿੱਚ ਸੀਗਾ ਕਿ ਵਾਰ ਲੈਂਟ ਇਨਫਲੇਸ਼ਨ ਐਂਡ ਦਾ ਪ੍ਰਾਇਓਰਟੀ ਵਾਜ਼ ਸ਼ਿਫਟਡ ਟੂ ਪ੍ਰਾਈਸ ਸਟੈਬਲਾਈਜੇਸ਼ਨ। ਇਹਦੇ ਵਿੱਚ ਯੁੱਧ ਛਿੜਨ ਕਰਕੇ ਕੀ ਹੋ ਗਿਆ ਸੀਗਾ ਕਿ ਆਪਣੇ ਦੇਸ਼ ਦੇ ਵਿੱਚ ਕੀ ਸੀ, ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਗਈਆਂ ਸੀਗੀਆਂ, ਤੇ ਉਹਨੂੰ ਕੀ ਹੈ ਘਟਾਉਣ ਦੇ ਲਈ ਕੀ ਕੀਤਾ ਗਿਆ ਸੀਗਾ ਕਿ ਇਸ ਪ੍ਰਾਇਓਰਟੀ ਦਿੱਤੀ ਗਈ ਸੀ ਕਿ ਆਪਾਂ ਪ੍ਰਾਈਸਿਸ ਨੂੰ ਕਿਵੇਂ ਡਿਕਰੀਜ਼ ਕਰਨਾ ਹੈ। ਇੰਕਰੀਜ਼ ਦਾ ਨੈਸ਼ਨਲ ਇਨਕਮ ਨੂੰ ਇੰਕਰੀਜ਼ ਕਰਨਾ ਵੈ 5% ਪਰ ਐਨੂਅਲ, ਮਿਨੀਮਾਈਜ਼ ਰੇਟ ਆਫ ਅਨਇੰਪਲੋਇਮੈਂਟ, ਬੇਰੁਜ਼ਗਾਰੀ ਨੂੰ ਘਟਾਉਣਾ ਵੈ, ਤੇ ਇਕੁਅਲ ਰਾਈਟ ਇਨ ਦਾ ਕੰਟਰੀ, ਲੋਕ ਜਿੰਨੇ ਵੀ ਆਪਣੇ ਦੇਸ਼ 'ਚ ਪੀਪਲਸ ਨੇ ਉਹਨਾਂ ਨੂੰ ਸਭ ਨੂੰ ਕੀ ਹੈ ਇਕੁਅਲ ਰਾਈਟਸ ਕੀ ਹੈ ਪ੍ਰੋਵਾਈਡ ਕਰਨੇ। ਕੀ ਅਚੀਵ ਕੀਤਾ ਗਿਆ ਸੀਗਾ, ਕੰਸਟਰਕਸ਼ਨ ਆਫ ਡੈਮ ਬਣਾਏ ਗਏ ਸੀ, ਮੈਨੀ ਸੀਮੈਂਟ ਐਂਡ ਫਰਟੀਲਾਈਜ਼ਰ ਪਲਾਂਟਸ ਕੀ ਸੀ ਬਣਾਏ ਗਏ ਸੀਗੇ, ਤੇ ਇਹਦੇ ਵਿੱਚ ਕੀ ਹੈ ਵੀਟ ਦੀ ਪ੍ਰੋਡਕਸ਼ਨ 'ਤੇ ਖਾਸ ਧਿਆਨ ਦਿੱਤਾ ਗਿਆ ਸੀਗਾ, ਪ੍ਰਾਇਮਰੀ ਸਕੂਲ ਸਟਾਰਟ ਕੀਤੇ ਗਏ ਸੀ ਪਿੰਡਾਂ ਦੇ ਵਿੱਚ, ਪੰਚਾਇਤ ਇਲੈਕਸ਼ਨ ਸਟਾਰਟ ਕੀਤੀਆਂ ਗਈਆਂ ਸੀਗੀਆਂ, ਤੇ ਸਟੇਟ ਇਲੈਕਟ੍ਰਿਸਿਟੀ ਬੋਰਡ ਐਂਡ ਸਟੇਟ ਸੈਕੰਡਰੀ ਐਜੂਕੇਸ਼ਨ ਬੋਰਡਸ ਵਾਰ ਫਾਰਮੈਟ ਉਹ ਕਿਸੇ ਸ਼ੁਰੂ ਕੀਤੇ ਗਏ ਸੀ, ਲਾਗੂ ਕੀਤੇ ਗਏ ਸੀਗੇ, ਠੀਕ ਹੈ। ਅੱਗੇ ਆ ਗਿਆ 4th 5 ਈਅਰ ਪਲਾਨ। ਇੰਦਰਾ ਗਾਂਧੀ ਵਾਜ਼ ਦਾ ਪ੍ਰਾਈਮ ਮਿਨਿਸਟਰ, ਇਸ ਟਾਈਮ ਇੰਦਰਾ ਗਾਂਧੀ ਆਪਣੇ ਦੇਸ਼ ਦੀ ਕੀ ਸੀਗੀ, ਪ੍ਰਾਈਮ ਮਿਨਿਸਟਰ ਸੀ। ਇਹਨਾਂ ਦੇ ਆਬਜੈਕਟਿਵ ਕੀ ਸੀਗੇ, ਇਹਦੇ ਵਿੱਚ ਐਕਸਪੈਂਡੀਚਰ ਏਜੰਡਾ ਫੁਲਿੰਗ ਦਾ ਅਟੈਕ ਇਨ ਇੰਡੀਆ ਇਨ ਈਅਰ 1962 ਦੇ ਵਿੱਚ, ਐਂਡ ਫੋਰ ਦਾ ਸੈਕਿੰਡ ਟਾਈਮ ਇਨ ਦਾ ਈਅਰ 1965। ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਟੈਕ ਕੀਤਾ ਗਿਆ ਹੋਇਆ ਸੀ, ਇੰਡੀਆ ਦੇ ਉੱਪਰ ਅਟੈਕ ਕੀਤਾ ਗਿਆ ਸੀ 1962 ਦੇ ਵਿੱਚ। ਡਿਊ ਟੂ ਰੈਸੈਸ਼ਨ, ਫੈਮਾਈਨ ਐਂਡ ਡਰਾਟ, ਇੰਡੀਆ ਡਿਡ ਨਾਟ ਪੇ ਮਚ ਹੀਡ ਟੂ ਲੌਂਗ ਟਰਮ ਲੌਂਗਸ। ਇਹਦੇ ਵਿੱਚ ਗੋਲਸ ਕੀ, ਇਹਦੇ ਨਾਲ ਕੀ ਹੋਇਆ ਸੀ ਕਿ ਇੰਡੀਆ ਕਾਫੀ ਆਪਣੇ ਜਿਹੜੇ ਇਸ ਸਾਲ ਆਪਣੇ ਜਿਹੜੇ ਗੋਲ ਸੀ ਉਹਨੂੰ ਅਚੀਵ ਨਹੀਂ ਕਰ ਪਾਇਆ ਸੀਗਾ। ਦੀ ਨੀਡ ਫॉर ਫੋਰਨ ਰਿਜ਼ਰਵ ਵਾਰ ਫੈਲਟ, ਇਹਦੇ ਵਿੱਚ ਕੀ ਸੀਗਾ ਆਪ ਨੂੰ ਫੋਰਨ ਰਿਜ਼ਰਵ ਦੀ, ਫੋਰਨ ਕਰੰਸੀ ਦੀ ਬਹੁਤ ਜ਼ਿਆਦਾ ਕੀ ਸੀ ਜ਼ਰੂਰਤ ਪੈ ਗਈ ਸੀ ਜੰਗ ਛਿੜਨ ਕਰਕੇ। ਇਹਦੇ ਵਿੱਚ ਕੀ ਅਚੀਵ ਕੀਤਾ ਗਿਆ ਸੀਗਾ, ਇੰਡੀਆ ਨੇ ਕੀ ਸੀ 14 ਨੈਸ਼ਨਲ ਬੈਂਕ, ਜਿਹੜਾ ਤੁਸੀਂ ਸੁਣਿਆ ਹੋਊਗਾ ਕਿ ਆਪਣੇ 14 ਬੈਂਕ ਕੀ ਸੀਗੇ ਨੈਸ਼ਨਲਾਈਜ਼ ਕੀਤੇ ਗਏ ਸੀਗੇ, ਠੀਕ। ਇਹ ਜਿਵੇਂ ਜੇ ਤੁਸੀਂ ਪੜ੍ਹੋਗੇ ਬੈਂਕਿੰਗ ਸਿਸਟਮ ਆਊਗਾ ਉਹਦੇ ਵਿੱਚ ਤੁਹਾਨੂੰ ਕਰਾਵਾਂਗੇ ਕਿ 14 ਬੈਂਕ ਨੈਸ਼ਨਲਾਈਜ਼ ਹੋਏ ਸੀਗੇ। ਉਸ ਤੋਂ ਬਾਅਦ ਕੀ ਸੀਗਾ, ਫੰਡ ਏਅਰ ਮਾਰਕਡ ਫੋਰ ਦਾ ਇੰਡਸਟਰੀਅਲ ਡਿਵੈਲਪਮੈਂਟ ਹੈਡ ਟੂ ਯੂਜ਼ ਫੋਰ ਦਾ ਵਾਰ ਐਫਰਟਸ, ਯੁੱਧ ਵਿੱਚ ਆਉਣ ਵਾਲੀਆਂ ਚੀਜ਼ਾਂ 'ਤੇ ਕੀ ਸੀ ਜ਼ਿਆਦਾ ਐਫਰਟ ਕੀਤੀ ਗਈ ਸੀ, ਉਸ ਤਰ੍ਹਾਂ ਦੀ ਇੰਡਸਟਰੀਜ਼ ਬਣਾਈਆਂ ਗਈਆਂ ਸੀਗੀਆਂ ਜੋ ਕਿ ਵਾਰ ਨਾਲ ਰਿਲੇਟਡ ਕੀ ਹੈ ਪ੍ਰੋਡਕਟ, ਤਕਨੀਕ, ਟੂਲਸ ਕੀ ਬਣਾ ਸਕਣ। ਗ੍ਰੀਨ ਰਿਵੈਲੂਏਸ਼ਨ ਆਈ ਸੀਗੀ, ਫੂਡ ਗ੍ਰੇਨ ਪ੍ਰੋਡਕਸ਼ਨ ਇੰਕਰੀਜ਼ ਟੂ ਬ੍ਰਿੰਗ ਅਬਾਊਟ ਸੈਲਫ ਸਫੀਸ਼ੀਐਂਸੀ ਇਨ ਪ੍ਰੋਡਕਸ਼ਨ। ਤੁਹਾਨੂੰ ਪਤਾ ਹੈ ਗ੍ਰੀਨ ਰਿਵੈਲੂਏਸ਼ਨ ਆਈ ਸੀਗੀ ਜਿਹਦੇ ਕਰਕੇ ਆਪਣੀ ਜਿਹੜੀ ਫੂਡ ਪ੍ਰੋਡਕਸ਼ਨ ਬਹੁਤ ਜ਼ਿਆਦਾ ਤੇਜ਼ੀ ਨਾਲ ਕੀ ਸੀ ਵੱਧ ਗਈ ਸੀ, ਬਹੁਤ ਜ਼ਿਆਦਾ ਪ੍ਰੋਡਕਸ਼ਨ ਆਈ ਸੀ ਜਿਹਨੂੰ ਹਰੀ ਕ੍ਰਾਂਤੀ ਕਹਿੰਦੇ ਨੇ। 5th ਪਲਾਨ 1974 ਤੋਂ 79 ਦੇ ਵਿੱਚ ਆਇਆ ਸੀਗਾ, ਠੀਕ ਹੈ। ਇਹਦੇ ਆਬਜੈਕਟਿਵ ਕੀ ਰੱਖੇ ਗਏ ਸੀਗੇ, ਇਹਦੇ ਵਿੱਚ ਕਿਹਾ ਗਿਆ ਸੀਗਾ ਫੂਡ ਤੇ એનર્ਜੀ ਸੈਕਟਰਸ ਨੂੰ ਜ਼ਿਆਦਾ ਪ੍ਰਾਇਓਰਟੀ ਦਿੱਤੀ ਗਈ ਸੀਗੀ, ਸੈਲਫ ਇੰਪਲਾਇਮੈਂਟ ਤੇ ਇੰਟੀਗ੍ਰੇਟ ਪ੍ਰੋਗਰਾਮ ਬਣਾਏ ਗਏ ਸੀਗੇ, ਪਾਵਰਟੀ ਨੂੰ ਰਿਡਿਊਸ ਕੀਤਾ ਗਿਆ ਸੀਗਾ,
ਇੰਪਰੂਵਡ ਕੀਤਾ ਗਿਆ ਸੀ ਐਗਰੀਕਲਚਰ ਕੰਡੀਸ਼ਨ ਕੀ ਸੀ ਜਿਹੜੀ ਐਗਰੀਕਲਚਰ ਦੀ ਉਹਨੂੰ ਕੀ ਸੀ ਇੰਪਰੂਵ ਕੀਤਾ ਗਿਆ। ਇਹਦੇ ਲਈ ਕੀ ਬਣਾਇਆ ਗਿਆ ਸੀਗਾ ਲੈਂਡ ਰਿਫੋਰਮ ਮੈਜ਼ਰ, ਲੈਂਡ ਦੀ ਧਰਤੀ ਦੇ ਵਿੱਚ ਉਪਜਾਊ ਸ਼ਕਤੀ ਜਿਹੜੀ ਘਟੀ ਜਾਂਦੀ ਸੀ ਉਹਨੂੰ ਵਧਾਉਣ ਦੇ ਲਈ ਕਈ ਤਰ੍ਹਾਂ ਦੇ ਕੀ ਸੀਗੇ ਰਿਸੋਰਸਿਸ ਕਈ ਸੀਗੇ, ਕਈ ਤਰ੍ਹਾਂ ਦੇ ਜਿਹੜੇ ਹੈਗੇ ਸੀ ਮੈਜ਼ਰਮੈਂਟ ਕੀਤੇ ਗਏ ਤੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਗਿਆ ਸੀ। What was achieved? Electricity Supply Act was enacted in 1975। ठीक है। दूसरा पॉइंट किसी लेबर इंटेंसिव प्रोडक्शन टैक्नोलॉजी बनाई गई ਸੀਗੀ ਕਿਉਂਕਿ ਜੇਕਰ ਆਪਾਂ ਕਹਿੰਦੇ ਸੀ ਇੰਡਸਟਰੀਜ਼ ਦੀ ਡਿਵੈਲਪਮੈਂਟ ਕਰਨ ਦੇ ਨਾਲ ਕੀ ਹੋਇਆ ਸੀਗਾ ਕਿ ਸਾਰਾ ਕੁਝ ਮਸ਼ੀਨਾਂ ਦੇ ਨਾਲ ਹੋਣ ਲੱਗ ਗਿਆ ਸੀ। ਉਹਦੇ ਨਾਲ ਕੀ ਹੋਇਆ ਸੀਗਾ ਕਿ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਵੱਧ ਗਈ ਸੀ, ਜਿਹਦੇ ਕਰਕੇ ਲੇਬਰ ਇੰਟੈਂਸਿਵ ਟੈਕਨੀਕ ਤੇ ਕੀ ਹੈ ਫੋਰਸ ਕੀਤਾ ਗਿਆ, ਜ਼ਿਆਦਾ ਧਿਆਨ ਦਿੱਤਾ ਗਿਆ ਤਾਂ ਜੋ ਅਨਇੰਪਲੋਇਮੈਂਟ ਨੂੰ ਕੀ ਹੈ ਘਟਾਇਆ ਜਾ ਸਕੇ। ਤੇ ਫੂਡ ਗ੍ਰੇਨ ਦੀ ਸਪਲਾਈ ਨੂੰ ਵਧਾਇਆ ਗਿਆ ਤਾਂ ਜੋ ਐਕਸਪੋਰਟ ਕੀਤਾ ਜਾ ਸਕੇ ਤੇ ਅਸੀਂ ਉਹਨਾਂ ਵਿਦੇਸ਼ਾਂ ਤੋਂ ਕੀ ਹੈ ਦੂਸਰੀਆਂ ਮਸ਼ੀਨਸ ਮੰਗਵਾ ਸਕੀਏ। ਅਸੀਂ ਆਪਣਾ ਅਨਾਜ ਵੱਧ ਪ੍ਰੋਡਕਸ਼ਨ ਕੀਤੀ ਗਈ ਤਾਂ ਜੋ ਵਿਦੇਸ਼ਾਂ ਨੂੰ ਭੇਜਿਆ ਜਾ ਸਕੇ ਤੇ ਵਿਦੇਸ਼ਾਂ ਤੋਂ ਅਸੀਂ ਇੱਕ ਜਿਹੜੀ ਕਰੰਸੀ ਆਊਗੀ ਉਹਦੇ ਨਾਲ ਅਸੀਂ ਆਪਣੇ ਇੰਪੋਰਟ ਕੀ ਹੈ ਕਰ ਸਕੀਏ। ਇੰਪੋਰਟ ਸਬਸਟੀਟਿਊਟਸ ਕੀਤੇ ਗਏ। ਇੰਪੋਰਟ ਸਬਸਟੀਟਿਊਟਸ ਦਾ ਮਤਲਬ ਕੀ ਹੁੰਦਾ ਹੈ ਕਿ ਵਿਦੇਸ਼ਾਂ ਤੋਂ ਚੀਜ਼ਾਂ ਨਾ ਮੰਗਵਾ ਕੇ ਵਿਦੇਸ਼ਾਂ ਨਾਲ ਮਿਲਦੀਆਂ ਜੁਲਦੀਆਂ ਚੀਜ਼ਾਂ ਆਪਣੇ ਹੀ ਦੇਸ਼ ਦੇ ਵਿੱਚ ਕੀ ਹੈ ਪ੍ਰੋਡਿਊਸ ਕਰਨੀਆਂ, ਜਿਵੇਂ ਕੈਮੀਕਲਸ, ਪੇਪਰਸ, ਮਿਨਰਲਸ ਵਗੈਰਾ। ਠੀਕ ਹੈ। ਅੱਗੇ ਆ ਗਿਆ 6th 5-year plan। 6th 5-year plans is referred to as ਜਨਤਾ ਇਹਨੂੰ ਕੀ ਕਹਿੰਦਾ ਗਵਰਨਮੈਂਟ ਪਲਾਨ ਕਿਹਾ ਜਾਂਦਾ ਵੈ। ਇਹਦੇ ਵਿੱਚ ਰਾਜੀਵ ਗਾਂਧੀ ਵਾਜ਼ ਇਲੈਕਟਡ ਐਜ਼ ਏ ਪ੍ਰਾਈਮ ਮਿਨਿਸਟਰ ਸੀ। 1980 ਤੋਂ 85 ਦੇ ਵਿੱਚ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀ। ਉਹਨਾਂ ਦਾ ਏਮ ਕੀ ਸੀਗਾ ਕਿ ਇੰਡਸਟਰੀਜ਼ ਦੀ ਡਿਵੈਲਪਮੈਂਟ ਨੂੰ ਵਧਾਉਣਾ ਤੇ ਸਪੈਸ਼ਲੀ ਇਨ ਦਾ ਏਰੀਆ ਆਫ ਇਨਫੋਰਮੇਸ਼ਨ ਟੈਕਨੋਲੋਜੀ ਦੇ ਖੇਤਰ ਦੇ ਵਿੱਚ। ਤੇ ਪ੍ਰੋਗਰੈਸ ਵਾਜ਼ ਸਲੋ ਹਾਊਐਵਰ ਪਾਰਸ਼ਲੀ ਬਿਕੋਜ਼ ਆਫ ਕੌਸ਼ਨ ਔਨ ਦਾ ਪਾਰਟ ਆਫ ਲੇਬਰ ਐਂਡ ਕਮਿਊਨਿਸਟ ਲੀਡਰ। ਇਹਦੇ ਵਿੱਚ ਜਿਹੜੀ ਪ੍ਰੋਗਰੈਸ ਸੀ ਸਲੋ ਸੀ ਕਿਉਂਕਿ ਜਿਹੜੇ ਕਮਿਊਨਿਸਟ ਲੀਡਰਸ ਤੇ ਲੇਬਰਸ ਦੇ ਵਿੱਚ ਆਪਸ ਦੇ ਵਿੱਚ ਕਈ ਵਾਰ ਕੀ ਨਾ ਸਟ੍ਰਾਈਕ ਲੜਾਈ ਝਗੜੇ ਹੋਣ ਦੇ ਕਰਕੇ ਪ੍ਰੋਡਕਸ਼ਨ ਕੀ ਸੀ ਘੱਟ ਸੀ। ਅਚੀਵ ਕੀ ਕੀਤਾ ਗਿਆ ਸੀ ਇਹਦੇ ਵਿੱਚ ਇੰਡੀਅਨ ਨੈਸ਼ਨਲ ਹਾਈਵੇ ਸਿਸਟਮ ਵਾਜ਼ ਇੰਟਰੋਡਿਊਸ ਫॉर ਦਾ ਫਸਟ ਟਾਈਮ। ਆਪਣਾ ਨੈਸ਼ਨਲ ਹਾਈਵੇ ਬਣਾਇਆ ਗਿਆ ਸੀਗਾ। ਮੈਨੀ ਰੋਡਸ ਵਾਰ ਵਾਈਡਨ, ਕਾਫੀ ਸਾਰੇ ਰੋਡਸ ਬਣਾਏ ਗਏ ਸੀ, ਉਹਨਾਂ ਨੂੰ ਦੂਰ ਦੂਰ ਤੱਕ ਕੀ ਸੀ ਫੈਲਾਇਆ ਗਿਆ ਸੀ। ਟੂਰਿਜ਼ਮ ਨੂੰ ਕੀ ਕੀਤਾ ਗਿਆ ਸੀ ਐਕਸਪੈਂਡ ਕੀਤਾ ਗਿਆ ਸੀਗਾ। 6th ਪਲਾਨ ਆਲਸੋ ਮਾਰਕਡ ਅਪ ਦਾ ਬਿਗਨਿੰਗ ਇਕਨੋਮਿਕ ਲਿਬਰਲਾਈਜੇਸ਼ਨ ਆਇਆ ਸੀ। ਫੈਮਿਲੀ ਪਲੈਨਿੰਗ ਵਾਜ਼ ਇੰਪਲੀਮੈਂਟਡ ਫॉर ਦਾ ਫਸਟ ਟਾਈਮ ਇਨ ਇੰਡੀਆ। ਫੈਮਿਲੀ ਪਲੈਨਿੰਗ ਮਤਲਬ ਕਿ ਆਪਾਂ ਕਹਿੰਦੇ ਨਾ ਵੀ 2 ਬੱਚੇ ਜਿਹਨੂੰ ਕਹਿ ਦਿੰਦੇ ਫੈਮਿਲੀ ਪਲੈਨਿੰਗ ਕਿਹਾ ਗਿਆ ਸੀ ਕਿ ਫੈਮਿਲੀਜ਼ ਕੀ ਛੋਟੀਆਂ ਹੋਣੀਆਂ ਚਾਹੀਦੀਆਂ ਨੇ। ਪਹਿਲਾਂ ਤੁਸੀਂ ਦੇਖਿਆ ਹੋਏਗਾ ਕਿ ਪਹਿਲਾਂ ਕਿੰਨੇ ਜ਼ਿਆਦਾ ਬੱਚੇ ਹੁੰਦੇ ਸੀ ਤਾਂ ਹੁਣ ਫੈਮਿਲੀ ਪਲੈਨਿੰਗਸ ਨੂੰ ਇੰਪਲੀਮੈਂਟ ਕੀਤਾ ਗਿਆ ਸੀ ਫਸਟ ਟਾਈਮ ਇਨ ਇੰਡੀਆ ਦੇ ਵਿੱਚ। ਪ੍ਰਾਈਸ ਨੂੰ ਕੀ ਸੀ ਕੰਟਰੋਲ ਕੀਤਾ ਗਿਆ ਸੀ। ਐਲੀਵੇਟ ਐਂਡ ਰੈਸ਼ਨ ਸ਼ਾਪਸ ਆਰ ਕਲੋਜ਼ਡ। ਦਿਸ ਲੈਡ ਟੂ ਐਨ ਇਨਕਰੀਜ਼ ਇਨ ਫੂਡ ਪ੍ਰਾਈਸ ਐਂਡ ਇਨਕਰੀਜ਼ ਕੋਸਟ ਆਫ ਲਿਵਿੰਗ। The thrust area of 7th 5-year plan has been listed। social justice, मॉडर्न टैक्नोलॉजी लैके आनी है, एग्रीकल्चर डिवेलपमेंट करनी है, एंटी पावर्टी प्रोग्राम बनाने जिन्हें गरीबी को खत्म किया जा सके। एश्योरिंग द एसेंशियल ऑफ फूड शैल्टर एंड क्लोथिंग टू द पीपल्स। लोगों को की है कि फूड प्रोवाइड किया जाए, शैल्टर मतलब छत, लोगों जो गरीब लोग ने उन्होंने कपड़ा प्रोवाइड किया जा सके। ठीक है। इंक्रीज़ प्रोडक्टिविटी इंक्रीज़ करनी है, चाहे छोटा किसान है चाहे बड़ा किसान है। मेकिंग इंडिया एन इंडिपेंडेंट इकॉनमी, अपनी इंडियन इकॉनमी को की बनाना वा इंडिपेंडेंट। वट वाज अचीव, की अचीव किया गया सीगा। सैल्फ सस्टेन इकॉनमी हुई सीगी इन द कंट्री विद वैल्यूएबल कॉन्ट्रीब्यूशन फ्रॉम द वॉलंटरी एजेंसी एंड द जनरल पॉपुलर्स। केयर was taken to establish a harmony in all the sectors that are contained in an economy। spread education, गर्ल्स ਨੂੰ एजुकेशन प्रोवाइड की गई सी। टैलीकम्यूनिकेशन सोर्सिस शुरू किए गए ਸੀਗੇ ਤੇ बैलेंस विद एक्सपोर्ट एंड इंपोर्ट। अपना जो बैलेंस जो बिगड़िया होया सी, जाने कि अपने जो इंपोर्ट बहुत ज़्यादा सी एक्सपोर्ट घट सी, उन्होंने की किया गया सीगा बैलेंस किया गया सी। 1999 तो 91 का सेम टाइम की आ गया सीगा फॉरेन एक्सचेंज। इहदे विच की सी 2-3 सालों के लिए की सी अपने प्रोग्राम्स की रोके गए सीगे 5-year प्लान्स दे विच। PV नरसिम्हा राव was the 12th prime minister and led the most important administration in Indian modern history, overseeing a major economic transformation and several incident affecting national securities। उस टाइम की होया सीगा कि ਜਿਹੜਾ ਹੈਗਾ ਸੀ PV ਨਰਸਿम्हा ਰਾਓ ਕੀ ਸੀ ਆਪਣੇ ਦੇਸ਼ ਦੇ 12ਵੇਂ ਪ੍ਰਾਈਮ ਮਿਨਿਸਟਰ ਬਣੇ ਸੀਗੇ, ਜਿਹੜੇ ਕਿ ਬਹੁਤ ਇੰਪੋਰਟੈਂਟ ਐਡਮਿਨਿਸਟ੍ਰੇਸ਼ਨ ਰਹੇ ਸੀਗੇ ਤੇ ਉਹਨਾਂ ਨੇ ਆਪਣੀ ਮਾਡਰਨ ਹਿਸਟਰੀ ਦੇ ਵਿੱਚ ਕਈ ਤਰ੍ਹਾਂ ਦੇ ਇਕਨੋਮਿਕ ਟਰਾਂਸਫੋਰਮੇਸ਼ਨ ਕੀਤੀਆਂ, ਸਰਵਿਸ ਕੀਤੀਆਂ ਤੇ ਸੈਵਰਲ ਇਸ ਤਰ੍ਹਾਂ ਦੇ ਕੰਮ ਕੀਤੇ ਆਪਣੀ ਨੈਸ਼ਨਲ ਦੀ ਸਿਕਿਉਰਿਟੀਜ਼ ਨੂੰ ਜੋ ਕਿ ਇਫੈਕਟ ਕਰਦੇ ਨੇ। ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਆਏ ਸੀਗੇ, ਉਹ ਫ੍ਰੀ ਮਾਰਕੀਟ ਫਾਰਮ ਸ਼ੁਰੂ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਜਿਹਨੂੰ ਕਹਿੰਦੇ ਨੇ ਪ੍ਰਾਈਵੇਟਲਾਈਜੇਸ਼ਨ ਤੇ ਲਿਬਰਲਾਈਜੇਸ਼ਨ, ਇਹ ਆਪਣੇ ਇਸ ਤੋਂ ਅਗਲੇ ਟੌਪਿਕ ਨੇ ਫਿਰ ਤੁਹਾਨੂੰ ਕਲੀਅਰ ਹੋ ਜਾਏਗਾ ਸਾਰਾ।
ਠੀਕ ਹੈ। 1991 ਦੇ ਵਿੱਚ ਆਈ ਸੀਗੀ ਨਿਊ ਇਕਨੋਮਿਕ ਰਿਫਾਰਮ ਪੋਲਿਸੀ ਕਹਿ ਲਓ, ਜਿਹਦੇ ਵਿੱਚ ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ ਤੇ ਗਲੋਬਲਾਈਜੇਸ਼ਨ ਆਈ ਸੀਗੀ। ਠੀਕ ਹੈ, ਉਹ ਆਪਾਂ ਕਨਸੈਪਟ ਪੂਰਾ ਲੈਸਨ ਹੀ ਹੈ, ਬਹੁਤ ਇੰਪੋਰਟੈਂਟ ਲੈਸਨ ਹੈ, ਉਹ ਆਪਾਂ ਅਲੱਗ ਤੋਂ ਕਰਾਂਗੇ। ਅੱਗੇ ਆ ਗਈ 8th 5 ਈਅਰ ਪਲਾਨ 1992 ਤੋਂ 1997 ਦੇ ਵਿੱਚ। ਇਹਦੇ ਓਬਜੈਕਟਿਵ ਕੀ ਸੀਗੇ ਕਿ ਇੰਡਸਟਰੀ ਦੇ ਵਿੱਚ ਮਾਡਰਨਾਈਜੇਸ਼ਨ ਲੈ ਕੇ ਆਉਣੀ, ਪਾਵਰਟੀ ਨੂੰ ਰਿਡਿਊਸ ਕਰਨਾ, ਇੰਪਲਾਇਮੈਂਟ ਨੂੰ ਵਧਾਉਣਾ, ਇਨਫਰਾਸਟਰਕਚਰ ਨੂੰ ਕੀ ਹੈ ਚੇਂਜ ਕਰਨਾ, ਸਟਰੈਂਥ ਨੂੰ ਸਟਰੋਂਗ ਬਣਾਉਣਾ, ਤੇ ਇੰਸਟੀਟਿਊਟਲ ਕੀ ਹੈ ਬਿਲਡਿੰਗਸ ਕੀ ਹੈ ਡਿਵੈਲਪ ਕਰਨੀਆਂ। ਹਿਊਮਨ ਰਿਸੋਰਸਿਸ ਡਿਵੈਲਪਮੈਂਟ, ਹਿਊਮਨ ਰਿਸੋਰਸਿਸ ਡਿਵੈਲਪਮੈਂਟ ਕਰਨੀ। ਹਿਊਮਨ ਰਿਸੋਰਸਿਸ ਮਤਲਬ ਵੱਧ ਤੋਂ ਵੱਧ ਲੇਬਰਸ ਨੂੰ ਦੀ ਕੀ ਹੁੰਦੀ ਡਿਵੈਲਪਮੈਂਟ ਕਰਨੀ, ਉਹਨਾਂ ਦੀ ਸਿੱਖਿਆ, ਉਹਨਾਂ ਦੀ ਸਿਹਤ 'ਤੇ ਕੀ ਹੈ ਖਾਸ ਧਿਆਨ ਦੇਣਾ। ਹਰੇਕ ਦੇ ਵਿੱਚ ਸੇਮ ਹੀ ਪੁਆਇੰਟ ਆਈ ਜਾਂਦੇ ਨੇ, ਪਾਵਰਟੀ ਰਿਮੂਵ ਕਰਨੀ ਹੈ, ਅਨਪਲਾਇਮੈਂਟ ਰਿਮੂਵ ਕਰਨੀ ਹੈ, ਇੰਡਸਟਰੀਜ਼ ਦੀ ਡਿਵੈਲਪਮੈਂਟ ਕਰਨੀ ਹੈ, ਐਗਰੀਕਲਚਰ ਪ੍ਰੋਡਕਸ਼ਨ ਵਧਾਉਣਾ ਵਾ, ਇੰਪੋਰਟ ਘਟਾਉਣੀ ਹੈ, ਐਕਸਪੋਰਟ ਵਧਾਉਣੀ ਹੈ। ਬਸ ਤੁਸੀਂ ਥੋੜ੍ਹਾ ਬਹੁਤ ਯਾਦ ਕਰ ਲੈਣਾ ਵਾ, ਇੱਕ ਅੱਧਾ ਪੁਆਇੰਟ ਉਲਟ ਪੁਲਟ ਵੀ ਹੋ ਜਾਓ ਕੋਈ ਚੱਕਰ ਨਹੀਂ ਹੈਗਾ। ਇਹਦੇ ਵਿੱਚ ਕੀ ਅਚੀਵ ਕੀਤਾ ਗਿਆ ਸੀਗਾ, ਇਨਰਜੀ ਵਾਜ਼ ਗਿਵਨ ਪ੍ਰਾਇਓਰਟੀ 26.6%। ਇੰਡੀਆ ਬਿਕਮ ਏ ਮੈਂਬਰ ਆਫ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਇਨ 1 ਜਨਵਰੀ 1995। 1 ਜਨਵਰੀ 1995 ਦੇ ਵਿੱਚ ਇੰਡੀਆ ਕੀ ਸੀ ਮੈਂਬਰ ਬਣ ਗਿਆ ਸੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ। ਇਹ ਕੁਐਸਚਨ ਯਾਦ ਕਰ ਲਓ MCQ ਵਾਸਤੇ। ਠੀਕ ਹੈ, ਤੇ ਐਨੂਅਲ ਗਰੋਥ ਕਿੰਨੀ ਹੋ ਗਈ ਸੀ 6.7% ਅਗੇਂਸਟ ਦਾ ਟਾਰਗੇਟ 5.6 ਵਾਜ਼ ਅਚੀਵਡ। ਪ੍ਰੋਡਕਸ਼ਨ ਆਫ ਫੂਡ ਇੰਕਰੀਜ਼ ਹੋਈ ਸੀ ਆਪਣੀ 176.22 ਮਿਲੀਅਨ ਫਰੋਮ 151 ਮਿਲੀਅਨ 51 ਮਿਲੀਅਨ ਤੋਂ ਆਪਣੀ ਜਿਹੜੀ ਹੈਗੀ ਸੀਗੀ ਪ੍ਰੋਡਕਸ਼ਨ ਇੰਕਰੀਜ਼ ਹੋ ਕੇ ਕਿੰਨੀ ਹੋ ਗਈ ਸੀਗੀ 176.22। ਕਲੀਅਰ। 9th 5 ਈਅਰ ਪਲਾਨ, 9th 5 ਈਅਰ ਪਲਾਨ ਦੇ ਵਿੱਚ ਕੀ ਰੱਖਿਆ ਗਿਆ ਸੀ, ਇਹਦੀ ਪ੍ਰਾਇਓਰਟੀ ਕੀ ਸੀ ਐਗਰੀਕਲਚਰ ਸੈਕਟਰਸ ਤੇ ਪਿੰਡਾਂ ਦੇ ਵਿੱਚ ਕੀ ਹੈ ਰੂਰਲ ਡਿਵੈਲਪਮੈਂਟ ਕਰਨੀ। ਠੀਕ ਹੈ, ਇੰਪਲਾਇਮੈਂਟ ਓਪਰਚੁਨਿਟੀ ਦੇਣੀ ਤੇ ਪਾਵਰਟੀ ਨੂੰ ਮੂਵ ਕਰਨਾ। ਸੇਮ ਪੁਆਇੰਟ ਹੀ ਹੈ ਸਾਰੇ ਉਹੀ। ਪ੍ਰਾਈਸ ਨੂੰ ਕੀ ਐਸਟੈਬਲਿਸ਼ ਕਰਨਾ, ਜਾਣੀ ਕਿ ਪ੍ਰਾਈਸ ਨਾ ਤਾਂ ਬਹੁਤ ਵਧਣੀ ਚਾਹੀਦੀ ਹੈ ਨਾ ਹੀ ਬਹੁਤ ਘਟਣੀ ਚਾਹੀਦੀ ਹੈ, ਤੇ ਕੀ ਆਪਣੀ ਇਕੋਨਮੀ ਦੀ ਕੀ ਹੈ ਗਰੋਥ ਕਰਨੀ। ਫੂਡ ਐਂਡ ਨਿਊਟ੍ਰੀਸ਼ਨ ਸਿਕਿਉਰਿਟੀਜ਼ ਕੀ ਹੈ ਵਧਾਉਣੇ ਨੂੰ ਇੰਸ਼ੋਰ ਕਰਨਾ। ਬੇਸਿਕ ਫੈਸਿਲਿਟੀਜ਼ ਲਾਈਕ ਜਾਣੀ ਕਿ ਐਜੂਕੇਸ਼ਨ ਸਭ ਨੂੰ ਪ੍ਰੋਵਾਈਡ ਕਰਨੀ, ਸਾਫ਼ ਪਾਣੀ ਦੇਣਾ, ਪ੍ਰਾਇਮਰੀ ਹੈਲਥ ਕੇਅਰ, ਟਰਾਂਸਪੋਰਟ, ਇਨਰਜੀ। ਟੂ ਚੈੱਕ ਪਾਪੂਲੇਸ਼ਨ ਗਰੋਇੰਗ, ਪਾਪੂਲੇਸ਼ਨ ਬਹੁਤ ਜ਼ਿਆਦਾ ਵਧਣੀ ਨਹੀਂ ਚਾਹੀਦੀ, ਉਹਨੂੰ ਕੰਟਰੋਲ ਕਰਨ ਦੇ ਲਈ 5 ਜਿਹੜੇ ਫੈਮਿਲੀ ਪਲੈਨਿੰਗ ਸ਼ੁਰੂ ਕੀਤੀਆਂ ਗਈਆਂ ਸੀ। ਸੋਸ਼ਲ ਇਸ਼ੂ ਲਾਈਕ ਵੂਮਨ ਇੰਪਾਵਰਮੈਂਟ, ਕਨਵਰਸੇਸ਼ਨ ਆਫ ਸਰਟਨ ਬੈਨੀਫਿਟ ਆਫ ਦਾ ਸੋਸ਼ਲ ਗਰੁੱਪ ਆਫ ਦਾ ਸੁਸਾਇਟੀ। ਪਹਿਲਾਂ ਸੋਸ਼ਲ ਇਸ਼ੂਜ਼ ਨੇ ਵੀ ਲੜਕੀਆਂ ਨੂੰ ਕੀ ਲੜਕਿਆਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀਗਾ, ਉਹਨੂੰ ਕੀ ਹੈ ਸੋਸ਼ਲ ਇਸ਼ੂਜ਼ ਜਿਹੜੇ ਉਹਨਾਂ ਨੂੰ ਰਿਮੂਵ ਕੀਤਾ ਗਿਆ, ਉਹਨਾਂ ਵੱਲ ਖਾਸ ਧਿਆਨ ਦਿੱਤਾ ਗਿਆ। ਟੂ ਕ੍ਰੀਏਟ ਲਿਬਰਲ ਮਾਰਕੀਟ ਸ਼ੁਰੂ ਕੀਤੀ ਗਈ। ਇੰਕਰੀਜ਼ ਇਨ ਪ੍ਰਾਈਵੇਟ ਇਨਵੈਸਟਮੈਂਟ, ਪ੍ਰਾਈਵੇਟ ਵਾਲੇ ਇਨਵੈਸਟਮੈਂਟ ਦੇ ਥਰੂ ਲਿਬਰਲ ਮਾਰਕੀਟ ਕੀ ਸੀ ਸ਼ੁਰੂ ਕੀਤੀ ਗਈ। ਇਹ ਆਪਾਂ ਚੈਪਟਰ 'ਚ ਕਰਾਂਗੇ, ਤੁਹਾਨੂੰ ਕਲੀਅਰ ਹੋ ਜਾਊਗਾ ਪੁਆਇੰਟ। ਵਟ ਵਾਜ਼ ਅਚੀਵ, ਇਟ ਵਾਜ਼ ਟੂਲ ਫॉर ਸੋਲਵਿੰਗ ਦਾ ਇਕਨੋਮਿਕ ਐਂਡ ਸੋਸ਼ਲ ਪ੍ਰੋਬਲਮਸ ਨੂੰ ਜੇ ਸੋਲਵ ਕੀਤਾ ਗਿਆ। ਗਰੋਥ ਰੇਟ ਕਿੰਨੀ ਸੀ ਆਪਣੀ 5.3%, ਤੇ ਇਹ ਪਰਸੈਂਟੇਜ ਪੁਆਇੰਟ ਲੋਅਰ ਦੈਨ ਦਾ ਟਾਰਗੇਟ GDP ਗਰੋਥ ਆਫ 6.5%। ਟਾਰਗੇਟ ਕਿੰਨਾ ਰੱਖਿਆ ਗਿਆ ਸੀ 6.5, ਲੇਕਿਨ ਅਚੀਵ ਕਿੰਨੀ ਹੋਈ ਸੀ 5.35। 10th 5 ਈਅਰ ਪਲਾਨ, ਇਹਦੇ ਓਬਜੈਕਟਿਵ ਕੀ ਸੀ ਉਹੀ ਸੇਮ। ਪਾਵਰਟੀ ਰੇਸ਼ੋ ਨੂੰ ਕੀ ਹੈ 5% ਕੀਤਾ ਗਿਆ 2007 ਦੇ ਮੁਕਾਬਲੇ। ਜੈਂਡਰ ਗੈਪ ਕੀ ਹੈ ਉਹਨੂੰ ਇੰਪਰੂਵ ਕੀਤਾ ਗਿਆ, ਕਿ ਪਹਿਲਾਂ ਕੀ ਸੀ ਲੜਕੇ ਬਹੁਤ ਸੀ ਲੜਕੀਆਂ ਘੱਟ ਹੁੰਦੀਆਂ ਸੀ ਜਨਸੰਖਿਆ ਪਿੱਛੋਂ, ਉਸ ਦੀ ਕੀ ਹੈ ਇਲਿਟਰੇਸੀ ਐਂਡ ਵੇਜ ਰੇਟ ਬਾਈ ਐਟਲੀਸਟ 50% ਬਾਈ 2007। ਡਿਕੇਡਲ ਰੇਟ ਆਫ ਪਾਪੂਲੇਸ਼ਨ ਗਰੋਥ ਕਿੰਨੀ ਸੀ 2001 ਤੋਂ ਲੈ ਕੇ 2011 ਦੇ ਵਿੱਚੋਂ 16.2। ਇਨਫੈਂਟੀ ਰੇਟ ਸ਼ਿਸ਼ੂ ਮੌਤ ਦਰ ਨੂੰ ਕੀ ਸੀਗਾ ਕੀ ਹੈ ਘਟਾਇਆ ਗਿਆ। ਬਰਥ ਹੁੰਦੇ ਸੀ ਬੱਚੇ ਪੈਦਾ ਹੁੰਦੇ ਮਰ ਜਾਂਦੇ ਸੀ, ਇਹ ਕਾਹਦੀ ਨਿਸ਼ਾਨੀ ਸੀਗੀ ਕਿ ਹੈਲਥ ਫੈਸਿਲਿਟੀਜ਼ ਵਧੀਆ ਨਹੀਂ ਸੀਗੀਆਂ, ਇਹਦੇ ਵੱਲ ਕੀ ਸੀ ਧਿਆਨ ਦਿੱਤਾ ਗਿਆ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਸੀ ਮੈਂਟਲ ਐਂਡ ਮੋਰਟੈਲਿਟੀ ਰੇਸ਼ੋ, ਉਹਨੂੰ 2% ਤੋਂ ਕੀ ਕੀਤਾ ਗਿਆ ਕਿ 1000 ਲਾਈਵ ਬਰਥ ਬਾਈ 2007 ਐਂਡ ਟੂ 1 ਬਾਈ 2012। ਇਹਦੇ ਵਿੱਚ ਕੀ ਸੀ ਇੰਪਰੂਵ ਕੀਤਾ ਗਿਆ। ਇੱਕ ਤਾਂ ਸੀ ਸ਼ਿਸ਼ੂ ਮੌਤ ਦਰ, ਇੱਕ ਹੁੰਦੇ ਸੀ ਬੱਚੇ ਕੀ ਹੈ ਮੈਟਰਨਲ ਮੋਰਟੈਲਿਟੀ ਰੇਸ਼ੋ ਕੀ ਸੀ ਜ਼ਿਆਦਾ ਸੀਗੀ, ਉਹਨੂੰ ਕੀ ਸੀ ਘਟਾਇਆ ਗਿਆ ਸੀਗਾ। ਇੰਕਰੀਜ਼ ਕੀਤਾ ਗਿਆ ਸੀਗਾ ਲਿਟਰੇਸੀ ਰੇਟ 75%। ਫੋਰੈਸਟ ਟਰੀਜ਼ ਨੂੰ ਕਵਰ ਕੀਤਾ ਗਿਆ ਸੀਗਾ 25% ਬਾਈ 2007 ਐਂਡ 33% ਬਾਈ 2012। ਅੱਜ ਤੁਸੀਂ ਦੇਖ ਰਹੇ ਹੋ ਸਮਝਾਉਣ ਵਾਲਾ ਕੁਛ ਹੈ ਹੀ ਨਹੀਂ, ਕੀ ਸਮਝਾਵਾਂ ਇਹਦੇ 'ਚ। all ਵਿਲੇਜ ਟੂ ਹੈਵ ਸਸਟੇਨ ਅਸੈਸ ਟੂ ਪੋਰਟੇਬਲ ਡਰਿੰਕਿੰਗ ਵਾਟਰ, ਪਿੰਡਾਂ ਦੇ ਵਿੱਚ ਕੀ ਹੈ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਗਈ। ਕਲੀਨਿੰਗ ਆਫ ਦਾ ਮੇਜਰ ਪਾਪੂਲੇਟਡ ਰਿਵਰ ਬਾਈ 2007 ਦੇ ਵਿੱਚ ਜਿਹੜੀ ਏਰੀਆ ਵਾਲੇ ਜ਼ਿਆਦਾ ਪਾਪੂਲੇਸ਼ਨ ਏਰੀਆ ਦੇ ਵਿੱਚ ਰਿਵਰਸ ਉਹਨਾਂ ਨੂੰ ਸਾਫ਼ ਕੀਤਾ ਗਿਆ। ਇਕਨੋਮਿਕ ਗਰੋਥ ਲਿਆਂਦੀ ਗਈ। ਪ੍ਰੋਵਾਈਡਿੰਗ ਗੇਨਫੁਲ ਐਂਡ ਹਾਈ ਕੁਆਲਿਟੀ ਇੰਪਲਾਇਮੈਂਟ ਐਟ ਲੀਸਟ ਦਾ ਐਡੀਸ਼ਨ ਆਫ ਦਾ ਲੇਬਰ ਫੋਰਸ ਦੇ ਦੁਆਰਾ ਕੀ ਸੀ ਇੰਪਲਾਇਮੈਂਟ ਨੂੰ ਵਧਾਇਆ ਗਿਆ। ਤੇ all children in India in school by 2003 and complete 5 year of schooling by 2007।
ਇਹਦੇ ਵਿੱਚ ਕੀ ਕੀਤਾ ਗਿਆ ਸੀ 5 ਈਅਰ ਪਲਾਨ ਦੇ ਵਿੱਚ ਸਾਰੇ ਬੱਚੇ ਕੀ ਹੈ ਸਕੂਲ ਜਾਣਗੇ ਅਤੇ ਬੱਚੇ ਕੀ ਸਕੂਲ ਦੇ ਵਿੱਚ ਸਟੱਡੀ ਹਾਸਲ ਕਰਨਗੇ। ਉਸ ਤੋਂ ਬਾਅਦ ਆ ਗਿਆ ਤੁਹਾਡਾ 11th ਦੇ ਵਿੱਚ ਕੀ ਸੀ ਆਬਜੈਕਟਿਵ ਇੰਕਰੀਜ਼ ਕਰਨੀ ਹੈ GDP ਆਪਣੀ, ਐਗਰੀਕਲਚਰ ਗਰੋਥ ਕਰਨੀ ਹੈ, ਨਿਊ ਵਰਕ ਓਪਰਚੁਨਿਟੀ ਨਵੇਂ ਕੰਮ ਕਰਨ ਦੇ ਮੌਕੇ ਦੇਣੇ ਹੈ, ਜਿਹੜੇ ਬੇਰੁਜ਼ਗਾਰੀ ਨੂੰ ਖਤਮ ਕਰਨਾ ਹੈ ਅਤੇ ਨਿਊ ਵਰਕ ਓਪਰਚੁਨਿਟੀਜ਼ ਦੇਣੀਆਂ ਨੇ। ਸਟੈਂਡਰਡ ਆਫ ਐਜੂਕੇਸ਼ਨ ਇਨ ਪ੍ਰਾਇਮਰੀ ਸਕੂਲ ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ, ਸ਼ਿਸ਼ੂ ਮੌਤ ਦਰ ਨੂੰ ਘਟਾਇਆ ਗਿਆ ਸੀਗਾ ਅਤੇ ਇਲੈਕਟ੍ਰੀਸਿਟੀ ਕਨੈਕਸ਼ਨ ਟੂ ਦਾ ਵਿਲੇਜ, ਸਾਰੇ ਪਿੰਡਾਂ ਦੇ ਵਿੱਚ ਕੀ ਹੈ ਬਿਜਲੀ ਦੇ ਕੀ ਸੀ ਕਨੈਕਸ਼ਨ ਕੀ ਸੀ ਪ੍ਰੋਵਾਈਡ ਕੀਤੇ ਗਏ। ਇਹ ਤੁਹਾਡਾ ਇੰਡੀਅਨ ਗਰੋਥ ਪਰਫੋਰਮਿੰਗ ਡੂਰਿੰਗ ਦਾ ਪਲਾਨ ਦੇ ਵਿੱਚ ਸੀਗਾ, ਗਰੋਥਿੰਗ ਰੇਟ ਦਿਖਾਈ ਗਈ ਹੈ। ਸਾਰਾ ਜਿਹੜਾ ਟੇਬਲ ਬਣਾਉਣਾ ਬਣਾ ਲਿਓ, ਤੁਹਾਡੀ ਇੱਛਾ ਹੈ, ਜ਼ਰੂਰੀ ਨਹੀਂ ਹੈਗਾ ਵੈਸੇ। ਦਿਖਾਇਆ ਗਿਆ ਕਿ ਫਸਟ ਪਲਾਨ ਦੇ ਵਿੱਚ ਕੀ ਸੀ, ਸੈਕਿੰਡ ਪਲਾਨ ਦੇ ਵਿੱਚ, ਥਰਡ ਪਲਾਨ, ਫੋਰਥ ਪਲਾਨ, ਇਹ ਸਾਰਾ ਦਿਖਾਇਆ ਗਿਆ ਹੈ। ਇਹ ਫਸਟ ਪਲਾਨ ਦਾ ਵਾ, ਇਹ ਸੈਕਿੰਡ ਪਲਾਨ ਦਾ, ਥਰਡ ਪਲਾਨ ਦਾ, ਫੋਰਥ ਜਿਹੜੀ ਇਹ ਬਲੂ ਲਾਈਨ ਹੈ ਟਾਰਗੇਟ ਇੰਨਾ ਸੀ ਅਤੇ ਐਕਚੁਅਲ ਦੇ ਵਿੱਚ ਅਚੀਵ ਕਿੰਨਾ ਹੋਇਆ। ਪਰ ਜਿਵੇਂ ਫਸਟ ਪਲਾਨ ਦੇ ਵਿੱਚ ਟਾਰਗੇਟ ਕਿੰਨਾ ਰੱਖਿਆ ਗਿਆ ਸੀ ਆਪਣਾ 2.1 ਦਾ, ਅਚੀਵ 3.6 ਹੋਇਆ। ਸੈਕਿੰਡ ਦੇ ਵਿੱਚ ਕਿੰਨਾ ਸੀ ਇੰਨਾ, ਥਰਡ ਦੇ ਵਿੱਚ ਟਾਰਗੇਟ ਰੱਖਿਆ ਗਿਆ ਸੀ 5.6 ਲੇਕਿਨ ਅਚੀਵ ਕਿੰਨਾ ਹੋਇਆ ਸੀ 2.72। ਕਿਉਂਕਿ ਕੁਛ ਪਲਾਨ ਕੀ ਕੀਤਾ ਫੇਲ ਵੀ ਤਾਂ ਹੋਏ ਸੀ ਨਾ, ਕਿ ਜ਼ਰੂਰੀ ਨਹੀਂ ਕਿ ਜਿਹੜਾ ਆਪਾਂ ਟਾਰਗੇਟ ਰੱਖਿਆ ਗਿਆ ਸੀ ਆਪਾਂ ਅਚੀਵ ਕਰ ਲਿਆ। ਕੁਛ ਪਲਾਨ ਆਪਣੇ ਵਧੀਆ ਸਕਸੈਸ ਹੋਏ, ਕੁਛ ਪਲਾਨ ਆਪਣੇ ਕੀ ਹੋ ਗਏ ਸੀਗੇ ਫੇਲ ਹੋ ਗਏ ਸੀਗੇ। ਇਹ ਸਾਰਾ ਤੁਹਾਨੂੰ ਦਿਖਾਇਆ ਹੋਇਆ ਵੀ ਕਿ ਕਿਹੜੇ ਪਲਾਨ ਦੇ ਵਿੱਚ ਕਿੰਨਾ ਸੀ ਅਚੀਵ ਕੀਤਾ, ਕਿੰਨਾ ਸੀ ਫੇਲ ਕੀਤਾ। ਕਲੀਅਰ। ਇਹ ਟੇਬਲ ਤੁਸੀਂ ਕਰ ਲੈਣਾ ਪੇਪਰ 'ਚ ਤੁਹਾਨੂੰ ਫੇਲਰਸ ਆਉਂਦਾ ਹੈ, ਜੇ ਤੁਸੀਂ ਟੇਬਲ ਬਣਾ ਦੋਗੇ ਤਾਂ ਬਹੁਤ ਇੰਪ੍ਰੈਸਿਵ ਹੋ ਜਾਊਗਾ ਤੁਹਾਡਾ। ਠੀਕ ਹੈ, ਟੇਬਲ ਕਰ ਲਿਓ ਆਪ। ਇਹ ਟ੍ਰੈਂਡ ਇਨ ਪਰ ਕੈਪੀਟਲ ਨੈਟ ਨੈਸ਼ਨਲ ਪ੍ਰੋਡਕਟ ਹੈ ਐਟ ਅ ਫੈਕਟਰ ਕੋਸਟ 'ਤੇ ਹੈ। ਠੀਕ ਹੈ, ਇਹਦਾ ਨਸਰਾ ਦਿਖਾ ਕੇ ਦਿਖਾਇਆ ਗਿਆ ਹੈ ਕਿ ਆਪਣੀ ਫਸਟ ਪਲਾਨ ਦੇ ਵਿੱਚ ਕਿੰਨੀ ਹੋਈ ਸੀ ਨੈਟ ਨੈਸ਼ਨਲ ਪ੍ਰੋਡਕਟ, ਇਹਦੇ ਵਿੱਚ ਕਿੰਨੀ ਹੋਈ ਸੀ ਪ੍ਰੋਡਕਸ਼ਨ। ਇਹ ਟਾਈਟਲ ਟੇਬਲ ਹੈ, ਤੁਹਾਡੀ ਇੱਛਾ ਹੈ, ਜਿਹਨੇ ਕਰਨਾ ਕਰ ਲਓ, ਜਿਹਨੇ ਨਹੀਂ ਕਰਨਾ ਨਾ ਕਰੋ। ਹਾਂਜੀ, ਉਸ ਤੋਂ ਬਾਅਦ ਛੋਟੀ ਜਿਹੀ ਇਨਫੋਰਮੇਸ਼ਨ ਹੈ ਪਲਾਨ ਹੋਲੀਡੇਜ਼ ਦੀ ਡਿਊਰੇਸ਼ਨ ਆਫ ਪਲਾਨ ਹੋਲੀਡੇ 1966 ਤੋਂ 1969 ਦੇ ਵਿੱਚ ਆਪਾਂ ਕੀਤੇ ਸੀ ਨਾ ਪਲਾਨ ਹੋਲੀਡੇ ਰਿਮੂਵ ਕੀਤੇ ਗਏ ਸੀ। ਕਿਉਂ ਕੀਤੇ ਗਏ ਸੀ, ਇਹਦਾ ਰੀਜ਼ਨ ਕੀ ਸੀਗਾ ਇੰਡੀਅਨ ਪਾਕ ਵਾਰ ਐਂਡ ਫੇਲਰ ਟੂ ਥਰਡ ਪਲਾਨ। ਸਾਡਾ ਥਰਡ ਪਲਾਨ ਕੀ ਸੀ ਫੇਲ ਹੋ ਗਿਆ ਸੀ, ਇਹਦੇ ਵਿੱਚ ਜ਼ਰੂਰਤ ਸੀ ਕਿ ਪਲਾਨ ਨੂੰ ਨਵਾਂ ਸਿਰੇ ਤੋਂ ਬਣਾਇਆ ਜਾਵੇ। ਕੁਝ ਇੰਡੀਆ ਪਾਕਿਸਤਾਨ ਦਾ ਕੀ ਸੀ ਯੁੱਧ ਛਿੜ ਗਿਆ ਸੀਗਾ। ਡੂਰਿੰਗ ਦਾ ਪਲਾਨ ਐਨੂਅਲ ਪਲਾਨ ਵਾਰ ਮੇਡ ਐਂਡ ਇਕੁਅਲ ਪ੍ਰਾਇਓਰਟੀ ਵਾਸ ਗਿਵਨ ਟੂ ਐਗਰੀਕਲਚਰ ਇਟ ਅਲਾਈਡ ਸੈਕਟਰ ਐਂਡ ਦਾ ਇੰਡਸਟਰੀਅਲ ਸੈਕਟਰਸ। ਠੀਕ ਹੈ, ਪਲਾਨ ਵਿੱਚੋਂ ਪਲਾਨ ਨੂੰ 1966 ਲੈ ਕੇ 1970 ਤੱਕ ਵਿੱਚ ਦੇ ਪਲਾਨ ਨੂੰ ਕੀ ਹੈ ਰੋਕ ਦਿੱਤਾ ਗਿਆ ਸੀਗਾ। ਕੁਝ ਪਾਕਿਸਤਾਨ ਅਤੇ ਇੰਡੀਅਨ ਦਾ ਕੀ ਸੀ ਯੁੱਧ ਛਿੜ ਗਿਆ ਸੀ ਅਤੇ ਆਪਣਾ ਥਰਡ ਪਲਾਨ ਕੀ ਸੀਗਾ ਫੇਲ ਹੋ ਗਿਆ ਸੀ। MCQ 'ਚ ਕੁਐਸਚਨ ਆ ਸਕਦਾ ਹੈ ਕਿ ਪਲਾਨ ਕਿਉਂ ਰੋਕੇ ਗਏ ਸੀ ਵਿੱਚ ਆਵਲੇ, ਤਾਂ ਤੁਸੀਂ ਦੱਸ ਦੇਣੇ ਆ ਰੀਜ਼ਨ। 8th 5-year plan could not take place due to the volatile political situation at the center, so 2 annual program was format 1990 ਤੋਂ 91, 91 ਤੋਂ 92। ਇਹ ਵੀ ਪ੍ਰੋਗਰਾਮ ਵਿੱਚ ਕੀ ਸੀ 1990 ਤੋਂ 91 ਅਤੇ 91 ਤੋਂ 92 ਪਰ ਦੇਖਿਆ ਸੀ ਨਾ ਕੁਝ ਪ੍ਰੋਗਰਾਮਸ ਇਹ ਵੀ ਕੀ ਸੀ ਕੁਝ ਟਾਈਮ ਦੇ ਇੱਕ ਸਾਲ ਦੇ ਬਣਾਏ ਗਏ ਸੀਗੇ, ਕੁਝ ਪੋਲੀਟੀਕਲ ਸਿਚੁਏਸ਼ਨ ਐਟ ਦਾ ਸੈਂਟਰਸ ਕਰਕੇ। ਅੱਗੇ ਉਸ ਤੋਂ ਬਾਅਦ ਆਪਣਾ 12th 5-year plans 12th 5-year plans ਆ ਗਿਆ। ਇਹਦਾ ਡਿਊਰੇਸ਼ਨ ਕੀ ਸੀ 1912 ਤੋਂ 1917 ਦੇ ਵਿੱਚ। ਇਟ ਇਜ਼ ਮੇਨ ਥੀਮ ਇਜ਼ ਫਾਸਟਰ ਮੂਵ ਇਨਕਲੂਸਿਵ ਐਂਡ ਸਸਟੇਨੇਬਲ ਗਰੋਥ ਕਰਨੀ। ਸਸਟੇਨੇਬਲ ਗਰੋਥ ਦਾ ਤੁਹਾਡਾ ਪੂਰਾ ਇੱਕ ਚੈਪਟਰ ਹੈ। ਠੀਕ ਹੈ, ਅਤੇ ਇਹਦੇ ਵਿੱਚ ਇੱਕ ਗਰੋਥ ਰੇਟ ਟਾਰਗੇਟ ਕਿੰਨਾ ਰੱਖਿਆ ਗਿਆ ਸੀਗਾ 8%। ਠੀਕ ਹੈ, ਆਈ ਹੋਪ ਤੁਹਾਨੂੰ ਸਮਝ ਆ, ਕੁਛ ਵੀ ਸਮਝਾਉਣ ਵਾਲਾ ਨਹੀਂ ਹੈਗਾ। ਬਾਕੀ ਜੋ ਤੁਹਾਡੇ ਬੁੱਕਸ ਆ ਜਾਣਗੀਆਂ ਬੁੱਕਸ ਦੇ ਵਿੱਚ ਟੋਪਿਕ ਥੋੜ੍ਹਾ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਹੈ, ਪਰ ਤੁਸੀਂ ਕਰਨਾ ਇੰਨੇ ਪੁਆਇੰਟਸ ਹੀ ਹੈ। ਤੁਸੀਂ ਕਰਨਾ ਐਸੇ ਤਰੀਕੇ ਦੇ ਨਾਲ ਹੈ ਜਿਸ ਤਰੀਕੇ ਦਾ ਮੈਂ ਤੁਹਾਨੂੰ ਵੀਡੀਓ ਭੇਜ ਰਹੀ ਹਾਂ, ਕਿਉਂਕਿ ਬੁੱਕ ਦੇ ਵਿੱਚ ਸਾਰੇ ਪੈਸੇ ਸਟੈਂਜ ਟਾਈਪ ਨੇ। ਫਸਟ 5-year ਪਲਾਨ ਦੇ ਓਬਜੈਕਟਿਵ ਪੈਰੇ ਟਾਈਪ ਨੇ। ਤੁਸੀਂ ਜਿਵੇਂ ਮੈਂ ਤੁਹਾਨੂੰ ਬਣਾ ਕੇ ਦਿੱਤੇ ਨਾ ਪੁਆਇੰਟਸ ਦੇ ਵਿੱਚ ਉਵੇਂ ਹੀ ਕਰਨੇ ਆ। ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜੇ ਮੈਂ ਤੁਹਾਨੂੰ 5 ਪਲਾਨਸ ਲਿਖ ਕੇ ਭੇਜਣੇ 12th ਤੁਸੀਂ ਐਂ ਨੋਟ ਕਰ ਲਓ ਅਤੇ ਐਵੇਂ ਦੇ ਐਵੇਂ ਹੀ ਤੁਸੀਂ ਇਹਨਾਂ ਨੂੰ ਲਰਨ ਕਰ ਲਓ। ਬਹੁਤ ਸੌਖੀ ਲੈਂਗੁਏਜ ਹੈ ਅਤੇ ਸਿੰਪਲ ਹੈ। ਠੀਕ ਹੈ, ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਪੁੱਛ ਲਿਓ। ਤੁਹਾਡੇ 5-year ਪਲਾਨਸ ਦਾ ਟੋਪਿਕ ਕੀ ਹੈ ਖਤਮ ਹੋ ਗਿਆ। ਹੁਣ ਆਪਾਂ ਅੱਗੇ ਦੇਖਾਂਗੇ 1991 ਦੇ ਨਿਊ ਇਕਨੋਮਿਕ ਰਿਫੋਰਮਸ ਕਰਾਂਗੇ ਆਪਾਂ, ਲਿਬਰਲਾਈਜੇਸ਼ਨ, ਪ੍ਰਾਈਵੇਟਲਾਈਜੇਸ਼ਨ ਅਤੇ ਗਲੋਬਲਾਈਜੇਸ਼ਨ ਕਰਾਂਗੇ। ਹੁਣ ਤੁਸੀਂ ਦੇਖਿਆ ਹੀ ਹੋਏਗਾ ਨਾ ਤੁਹਾਡੀ ਇੰਡੀਅਨ ਇਕਨੋਮੀ ਕੀ ਹੈ ਸੌਖੀ ਹੈ ਸਾਰੀ। ਇਹਦੇ ਵਿੱਚ ਕੁਛ ਵੀ ਸਮਝਾਉਣ ਵਾਲਾ ਨਹੀਂ ਹੈਗਾ, ਸਾਰਾ ਥਿਊਰੀ ਟਾਈਪ ਹੈ, ਯਾਦ ਕਰਨ ਵਾਲਾ ਹੈ। ਯਾਦ ਵੀ ਕਰਨ ਵਾਲਾ ਕੁਛ ਹੈ ਨਹੀਂ। ਤੁਹਾਨੂੰ 5-year ਪਲਾਨਸ ਤੁਹਾਨੂੰ ਪਤਾ ਹੀ ਪਲਾਨਸ ਤੁਸੀਂ ਲਿਖਣੇ ਓਬਜੈਕਟਿਵ ਕੁਛ ਵੀ ਲਿਖ ਦਿਓ। ਕੁਛ ਵੀ ਮਤਲਬ ਇਹ ਨਹੀਂ ਕਿ ਤੁਹਾਨੂੰ ਥੋੜ੍ਹਾ ਬਹੁਤ ਪਤਾ ਹੋਣਾ ਚਾਹੀਦਾ ਕਿ ਪਾਵਰਟੀ ਹੋਈ ਸੀ, ਕਿ ਕਿਹੜੇ ਪਲਾਨ ਦੇ ਵਿੱਚ ਪਾਵਰਟੀ ਨੂੰ ਵੱਧ ਇੰਪੋਰਟੈਂਸ ਦਿੱਤੀ ਗਈ ਸੀ, ਕਿਹਦੇ ਵਿੱਚ ਐਗਰੀਕਲਚਰ ਨੂੰ ਵੱਧ ਇੰਪੋਰਟੈਂਸ ਦਿੱਤੀ, ਕਿਹਦੇ ਵਿੱਚ ਇੰਡਸਟਰੀਜ਼ ਨੂੰ ਵੱਧ ਇੰਪੋਰਟੈਂਸ ਦਿੱਤੀ ਗਈ ਸੀ, GDP ਕਿੰਨੀ ਵਧੀ ਘਟੀ। ਥੋੜ੍ਹਾ ਬਹੁਤ ਯਾਦ ਕਰ ਲਓ, ਥੋੜ੍ਹਾ ਬਹੁਤ ਤੁਸੀਂ ਆਪਣੀ ਤਰਫ ਤੋਂ ਲਿਖ ਦਿਓ। ਕਲੀਅਰ।